ਤੁਹਾਡਾ ਫਿਰ ਤੋਂ ਸਵਾਗਤ ਹੈ। ਇਹ ਲੈਕਚਰ ਨੰਬਰ 49 ਹੈ ਅਤੇ ਅਸੀਂ ਅੱਜ ਜਿਓਮੈਟ੍ਰਿਕ ਅਤੇ ਅਲਜੈਬਰਿਕ ਮਲਟੀਪਲਿਸਿਟੀ ਦੇ ਬਾਰੇ ਗੱਲ ਕਰਾਂਗੇ ਅਤੇ ਮੈਟ੍ਰਿਸਿਸ ਦੀ ਸਿਮਿਲੈਰਿਟੀ ਬਾਰੇ ਵੀ। ਤਾਂ ਅਲਜੈਬਰਿਕ ਮਲਟੀਪਲਿਸਿਟੀ ਕੀ ਹੈ? ਤਾਂ ਇੱਕ ਰੂਟ ਦੇ ਰੂਪ ਵਿੱਚ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ ਇਹ ਕੈਰੇਕਟਰਿਸਟਿਕ ਇਕੁਏਸ਼ਨ ਦੀ ਰੂਟ ਦੇ ਤੌਰ ਤੇ ਲੈਂਬਡਾ ਦੀ ਮਲਟੀਪਲਿਸਿਟੀ ਹੈ ਅਤੇ ਜਿਓਮੈਟ੍ਰਿਕ ਮਲਟੀਪਲਿਸਿਟੀ ਕੁਝ ਨਹੀਂ ਬਲਕਿ ਲੈਂਬਡਾ ਦੀ ਆਈਗਨਸਪੇਸ ਦੀ ਡਾਇਮੈਂਸ਼ਨ ਹੈ, ਜਿਸ ਦਾ ਮਤਲਬ ਹੈ ਕਿ ਲੀਨੀਅਰਲੀ ਇੰਡੀਪੈਂਡੈਂਟ ਆਈ ਵੇਕਟਰ ਦਾ ਨੰਬਰ ਆਈਗਨ ਵੈਲਿਊ ਲੈਂਬਡਾ ਦੇ ਅਨੁਸਾਰੀ ਹੈ। ਤਾਂ ਇਹ ਦੋ ਨੰਬਰ ਹਨ ਜਿਸ ਦਾ ਇਸਤੇਮਾਲ ਅਸੀਂ ਇਸ ਲੈਂਬਡਾ ਦੀ ਮਲਟੀਪਲਿਸਿਟੀ ਬਾਰੇ ਦੱਸਣ ਦੇ ਲਈ ਕਰਾਂਗੇ, ਕਿਉਂਕਿ ਅਸੀਂ ਕਈ ਉਦਾਹਰਨਾਂ ਦੇ ਵਿੱਚ ਦੇਖਿਆ ਹੈ ਕਰੈਕਟਰਿਸਟਿਕ ਰੂਟ ਸਾਰੀਆਂ ਆਈਗਨ ਵੈਲਿਊ ਨੂੰ ਦੁਹਰਾਇਆ ਗਿਆ ਸੀ। ਤਾਂ ਹੁਣ ਅਸੀਂ ਇਸ ਅਲਜੈਬਰਿਕ ਮਲਟੀਪਲਿਸਿਟੀ ਦੀ ਮਦਦ ਦੇ ਨਾਲ ਕੁਆਂਟੀਫਾਈ ਕਰ ਸਕਦੇ ਹਾਂ। ਇਸ ਲਈ ਅਲਜੈਬਰਿਕ ਮਲਟੀਪਲਿਸਿਟੀ ਉਦਾਹਰਨ ਦੇ ਲਈ ਜੇਕਰ ਇੱਕ ਰੂਟ ਨੂੰ 3 ਵਾਰ ਦੁਹਰਾਇਆ ਜਾਂਦਾ ਹੈ ਤਾਂ ਉਸ ਖਾਸ ਰੂਟ ਦੀ ਅਲਜੈਬਰਿਕ ਮਲਟੀਪਲਿਸਿਟੀ 3 ਹੈ ਅਤੇ ਜਿਓਮੈਟ੍ਰਿਕ ਮਲਟੀਪਲਿਸਿਟੀ ਆਈਗਨਸਪੇਸ ਦੀ ਡਾਇਮੈਂਸ਼ਨ ਜਾਂ ਲੀਨੀਅਰਲੀ ਇੰਡੀਪੈਂਡੈਂਟ ਵੇਕਟਰ ਦੀ ਗਿਣਤੀ ਹੋਵੇਗੀ ਜੋ ਕਿ ਉਸ ਖਾਸ ਆਈਗਨ ਵੈਲਿਊ ਲੈਂਬਡਾ ਦੇ ਅਨੁਸਾਰੀ ਹੈ। ਇਸ ਲਈ ਇਹ ਦੋ ਵਰਗੀਕਰਨ ਦੇ ਨਾਲ ਅਸੀਂ ਅੱਗੇ ਵਧਾਂਗੇ। ਉਸ ਤੋਂ ਪਹਿਲਾਂ ਇੱਥੇ ਇੱਕ ਨੋਟ ਹੈ ਕਿ ਇਹ ਜਿਓਮੈਟ੍ਰਿਕ ਮਲਟੀਪਲਿਸਿਟੀ ਹਮੇਸ਼ਾ ਅਲਜੈਬਰਿਕ ਮਲਟੀਪਲਿਸਿਟੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੁੰਦੀ ਹੈ। ਇਹ ਇੱਕ ਮਹੱਤਵਪੂਰਨ ਨਤੀਜਾ ਹੈ ਜਿਸ ਨੂੰ ਇੱਕ ਵਿਅਕਤੀ ਔਪਚਾਰਿਕ ਤੌਰ ਤੇ ਸਿੱਧ ਕਰ ਸਕਦਾ ਹੈ, ਪਰ ਇਸ ਦੇ ਲਈ ਡਾਇਗੋਨਲਾਈਜੇਸ਼ਨ ਦਾ ਹੋਰ ਗਿਆਨ ਚਾਹੀਦਾ ਹੁੰਦਾ ਹੈ ਅਤੇ ਇਸ ਲਈ ਅਸੀਂ ਹੁਣ ਇਸ ਨਤੀਜੇ ਨੂੰ ਸਿੱਧ ਨਹੀਂ ਕਰਾਂਗੇ, ਪਰ ਅਸੀਂ ਧਿਆਨ ਵਿੱਚ ਰੱਖਾਂਗੇ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ ਹਮੇਸ਼ਾ ਅਲਜੈਬਰਿਕ ਮਲਟੀਪਲਿਸਿਟੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੁੰਦੀ ਹੈ। ਇਸ ਦਾ ਮਤਲਬ ਆਈ ਕਿ ਉਦਾਹਰਨ ਦੇ ਲਈ ਇੱਕ ਖਾਸ ਰੂਟ ਹੈ, ਇੱਕ ਖਾਸ ਆਈਗਨ ਵੈਲਿਊ ਨੂੰ 3 ਵਾਰ ਦੁਹਰਾਇਆ ਜਾਂਦਾ ਹੈ ਤਾਂ ਅਨੁਸਾਰੀ ਜਿਓਮੈਟ੍ਰਿਕ ਮਲਟੀਪਲਿਸਿਟੀ ਮਤਲਬ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਦੀ ਗਿਣਤੀ 3 ਤੋਂ ਵੱਧ ਨਹੀਂ ਹੋ ਸਕਦੀ ਹੈ। ਇਹ 3 ਤੋਂ ਘੱਟ ਜਾਂ ਉਸ ਦੇ ਬਰਾਬਰ ਹੋਣੀ ਚਾਹੀਦੀ ਹੈ। ਇਸ ਲਈ ਪਹਿਲਾਂ ਅਸੀਂ ਕਈ ਉਦਾਹਰਨਾਂ ਦੇ ਨਾਲ ਦੇਖਾਂਗੇ ਕਿ ਇੱਥੇ ਕਿਹੜੀ ਸਥਿਤੀ ਉਤਪੰਨ ਹੁੰਦੀ ਹੈ। ਇਸ ਲਈ ਇਸ ਮਾਮਲੇ ਦੇ ਵਿੱਚ ਅਸੀਂ ਇਸ ਮੈਟ੍ਰਿਕਸ A ਦੀ ਆਈਗਨ ਵੈਲਿਊ ਅਤੇ ਆਈ ਵੈਕਟਰ ਪਤਾ ਕਰਦੇ ਹਾਂ ਜੋ ਕਿ 6-2 ਅਤੇ 2 ਇੱਥੇ -2 3 1 ਅਤੇ 2 -1 3 ਹੈ। ਇਸ ਲਈ ਆਈਗਨ ਦੇ ਲਈ ਇਸ ਮੈਟ੍ਰਿਕਸ ਵਾਸਤੇ ਅਸੀਂ ਆਈਗਨ ਵੈਲਿਊ ਅਤੇ ਆਈਗਨ ਵੈਕਟਰ ਨੂੰ ਕੰਪਿਊਟ ਕਰਾਂਗੇ। ਅਸੀਂ ਪਿਛਲੇ ਲੈਕਚਰ ਦੇ ਵਿੱਚ ਕਈ ਮੈਟ੍ਰਿਸਿਸ ਨੂੰ ਪਹਿਲਾਂ ਹੀ ਕੰਪਿਊਟ ਕੀਤਾ ਹੈ, ਤਾਂ ਹੁਣ ਸਾਨੂੰ ਆਈਗਨ ਵੈਲਿਊ ਦੀ ਗਣਨਾ ਬਾਰੇ ਪਤਾ ਹੈ। ਇਸ ਲਈ ਪਹਿਲਾਂ ਅਸੀਂ ਇਸ ਦਿੱਤੀ ਮੈਟ੍ਰਿਕਸ ਦੇ ਲਈ ਕੈਰੇਕਟਰਿਸਟਿਕ ਇਕੁਏਸ਼ਨ ਨੂੰ ਲਿਖਾਂਗੇ ਜੋ ਕਿ A ਮਾਈਨਸ ਲੈਂਬਡਾ I ਦਾ ਡਿਟਰਮੀਨੈਂਟ ਹੈ। ਇਸ ਮੈਟ੍ਰਿਕਸ A ਡਿਟਰਮੀਨੈਂਟ ਮਾਈਨਸ ਲੈਂਬਡਾ I 0 ਦੇ ਬਰਾਬਰ ਹੈ ਅਤੇ ਇਸ ਮੈਟ੍ਰਿਕਸ ਦੇ ਲਈ ਅਸੀਂ ਇੱਥੇ ਡਿਟਰਮੀਨੈਂਟ ਦਾ ਕੰਪਿਊਟ ਕਰ ਸਕਦੇ ਹਾਂ। ਤਾਂ ਡਿਟਰਮੀਨੈਂਟ ਇਸ ਤਰ੍ਹਾਂ ਹੋਵੇਗਾ 6 ਲੈਂਬਡਾ -2 2 ਅਤੇ ਫਿਰ -2 ਇੱਥੇ 3 ਲੈਂਬਡਾ ਅਤੇ -1 2 -1 3 ਲੈਂਬਡਾ। ਇਸ ਲਈ ਡਾਇਗੋਨਲ ਐਂਟਰੀਆਂ ਨੂੰ ਇਸ ਲੈਂਬਡਾ ਨੂੰ ਸਬਟਰੈਕਟ ਕੀਤਾ ਜਾਵੇਗਾ ਅਤੇ ਇਸ ਨਾਲ ਅਸੀਂ ਹੁਣ ਇਸ ਨੂੰ ਐਕਸਪੈਂਡ ਕਰ ਸਕਦੇ ਹਾਂ। ਇਸ ਲਈ ਇੱਥੇ 6 ਲੈਂਬਡਾ ਹੈ ਅਤੇ ਫਿਰ ਸਾਡੇ ਕੋਲ ਇਹ ਪ੍ਰੋਡਕਟ -A ਹੈ। ਅਸੀਂ ਇਹ 2 ਫਿਰ -2 ਲਵਾਂਗੇ ਤਾਂ ਡਿਟਰਮੀਨੈਂਟ ਦੀ ਇਸ ਵੈਲਿਊ ਦੇ ਨਾਲ ਜੋ ਕਿ ਉਦੋਂ ਆਵੇਗਾ ਜਦੋਂ ਅਸੀਂ ਇਸ ਪੋਲੀਨੋਮੀਅਲ ਦੀ ਫੈਕਟਰਾਈਜੇਸ਼ਨ ਕਰਾਂਗੇ ਜੋ ਕਿ 2 ਲੈਂਬਡਾ ਲੈਂਬਡਾ -2 ਅਤੇ ਲੈਂਬਡਾ -8 ਹੋਵੇਗਾ। ਇਸ ਲਈ ਮੈਂ ਇਸ ਪੋਰਸ਼ਨ ਨੂੰ ਸਕਿਪ ਕਰਦੀ ਹਾਂ ਕਿਉਂਕਿ ਇਸ ਲੈਕਚਰ ਦੇ ਵਿੱਚ ਇਹ ਮਹੱਤਵਪੂਰਨ ਨਹੀਂ ਹੈ। ਅਸੀਂ ਪਿਛਲੇ ਲੈਕਚਰ ਦੇ ਵਿੱਚ ਕਈ ਉਦਾਹਰਨ ਦੇਖੇ ਹਨ। ਇਸ ਲਈ ਸਾਡੇ ਕੋਲ ਕੀ ਹੈ? ਸਾਡੇ ਕੋਲ ਇੱਥੇ ਮੈਟ੍ਰਿਕਸ ਦੀ ਕੈਰੇਕਟਰਿਸਟਿਕ ਇਕੁਏਸ਼ਨ ਹੈ ਕਿਉਂਕਿ ਇਹ 2 ਲੈਂਬਡਾ ਲੈਂਬਡਾ -2 ਅਤੇ ਲੈਂਬਡਾ -8 0 ਦੇ ਬਰਾਬਰ ਹੈ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਦੋ ਡਿਸਟਿੰਕਟ ਆਈਗਨ ਵੈਲਿਊ ਹਨ ਅਤੇ ਇੱਕ ਨੂੰ 2 ਵਾਰ ਦੁਹਰਾਇਆ ਗਿਆ ਹੈ। ਇਸ ਲਈ ਲੈਂਬਡਾ 2 2 ਅਤੇ 8 ਹਨ। ਇਸ ਲਈ ਇਸ ਆਈਗਨ ਵੈਲਿਊ 2 ਨੂੰ 2 ਵਾਰ ਦੁਹਰਾਇਆ ਗਿਆ ਹੈ ਅਤੇ ਇਸ 8 ਨੂੰ 1 ਵਾਰ ਦੁਹਰਾਇਆ ਗਿਆ ਹੈ ਅਤੇ ਅਸੀਂ ਅਲਜੈਬਰਿਕ ਮਲਟੀਪਲਿਸਿਟੀ ਦੇ ਬਾਰੇ ਉਚਿਤ ਤੌਰ ਤੇ ਚਰਚਾ ਕੀਤੀ ਹੈ। ਇਸ ਲਈ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 2 ਦੇ ਬਰਾਬਰ ਹੈ। ਇਹ ਆਈਗਨ ਵੈਲਿਊ 2 ਹੈ ਕਿਉਂਕਿ ਇਸ ਨੂੰ 2 ਵਾਰ ਦੁਹਰਾਇਆ ਗਿਆ ਹੈ ਤਾਂ ਜੋ ਇਸ 2 ਦੀ ਅਲਜੈਬਰਿਕ ਮਲਟੀਪਲਿਸਿਟੀ 2 ਹੈ ਅਤੇ 8 ਦੀ ਅਲਜੈਬਰਿਕ ਮਲਟੀਪਲਿਸਿਟੀ ਕਿਉਂਕਿ ਇਸ ਨੂੰ ਕੇਵਲ ਇੱਕ ਵਾਰ ਦੁਹਰਾਇਆ ਜਾਂਦਾ ਹੈ। ਇਸ ਲਈ ਇਸ ਲੈਂਬਡਾ ਬਰਾਬਰ 8
ਦੀ ਅਲਜੈਬਰਿਕ ਮਲਟੀਪਲਿਸਿਟੀ 1 ਹੈ, ਇਸ ਲਈ ਇਸ ਤਰ੍ਹਾਂ ਅਲਜੈਬਰਿਕ ਮਲਟੀਪਲਿਸਿਟੀ ਅਤੇ ਜਿਓਮੈਟ੍ਰਿਕ ਅਲਜੈਬਰਿਕ ਮਲਟੀਪਲਿਸਿਟੀ ਪਰਿਭਾਸ਼ਿਤ ਹਨ। ਜਿਓਮੈਟ੍ਰਿਕ ਮਲਟੀਪਲਿਸਿਟੀ ਨੂੰ ਪਰਿਭਾਸ਼ਿਤ ਕਰਨ ਦੇ ਲਈ ਲੈਂਬਡਾ ਦੇ ਅਨੁਸਾਰੀ ਇਹ 2 ਦੇ ਬਰਾਬਰ ਹੈ ਜਾਂ ਲੈਂਬਡਾ 8 ਦੇ ਬਰਾਬਰ ਹੈ। ਸਾਨੂੰ ਇਹਨਾਂ ਆਈਗਨ ਵੈਲਿਊ ਦੇ ਇਹਨਾਂ ਵੈਕਟਰਾਂ ਦੀ ਆਈਗਨ ਸਪੇਸ ਚਾਹੀਦੀ ਹੈ। ਇਸ ਲਈ ਇਸ ਲੈਂਬਡਾ ਦੇ ਅਨੁਸਾਰੀ ਆਈਗਨ ਵੈਕਟਰ 8 ਦੇ ਬਰਾਬਰ ਹੈ। ਇਸ ਲਈ ਇਹ ਯਾਦ ਰੱਖੋ ਕਿ ਇਹ ਲੈਂਬਡਾ 8 ਦੇ ਬਰਾਬਰ ਹੈ ਜਿਸਨੂੰ ਇੱਕ ਵਾਰ ਦੁਹਰਾਇਆ ਗਿਆ ਸੀ। ਹਾਲਾਂਕਿ ਸਾਡੇ ਕੋਲ ਨਤੀਜਾ ਹੈ ਕਿ ਆਈਗਨ ਇਹ ਜਿਓਮੈਟ੍ਰਿਕ ਮਲਟੀਪਲਿਸਿਟੀ 1 ਤੋਂ ਵੱਧ ਨਹੀਂ ਹੋ ਸਕਦੀ ਹੈ। ਹੁਣ ਇਸ ਕੇਸ ਦੇ ਵਿੱਚ ਕਿਉਂਕਿ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 8 ਦੇ ਬਰਾਬਰ ਹੈ, ਉਹ 1 ਹੈ। ਇਸ ਲਈ ਆਈਗਨ ਵੈਕਟਰ ਦੀ ਕੈਲਕੂਲੇਸ਼ਨ ਦੇ ਬਿਨਾਂ ਅਤੇ ਨਾਲ ਹੀ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ 1 ਹੋਵੇਗੀ ਕਿਉਂਕਿ ਨਿਸ਼ਚਿਤ ਤੌਰ ਤੇ ਇੱਕ ਲਿਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹੋਣਗੇ ਜੋ ਕਿ ਇਸ ਲੈਂਬਡਾ ਦੇ ਅਨੁਸਾਰੀ ਹਨ। ਉਹ 8 ਦੇ ਬਰਾਬਰ ਹਨ। ਇਸ ਲਈ 2 ਲਿਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਨਹੀਂ ਹੋ ਸਕਦੇ ਜੋ ਕਿ ਨਤੀਜਾ ਕਹਿੰਦਾ ਹੈ ਜਿੱਥੇ ਸਾਡੇ ਕੋਲ ਹੈ ਕਿ ਇਹ ਅਲਜੈਬਰਿਕ ਮਲਟੀਪਲਿਸਿਟੀ ਹਮੇਸ਼ਾ ਜਿਓਮੈਟ੍ਰਿਕ ਮਲਟੀਪਲਿਸਿਟੀ ਤੋਂ ਵੱਧ ਹੈ, ਤਾਂ ਇੱਥੇ ਸਾਨੂੰ ਪਹਿਲਾਂ ਤੋਂ ਪਤਾ ਹੈ ਕਿ 2 ਲੀਨੀਅਰਲੀ ਇੰਡੀਪੈਂਡੈਂਟ ਵੈਕਟਰ ਨਹੀਂ ਹੋ ਸਕਦੇ ਹਨ। ਇੱਕੋ ਹੋ ਸਕਦਾ ਹੈ ਕਿਉਂਕਿ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 8 ਦੇ ਬਰਾਬਰ ਹੈ ਜੋ ਕਿ 1 ਹੈ ਅਤੇ ਇਸ ਦਾ ਘੱਟੋ ਘੱਟ ਇੱਕ ਆਈਗਨ ਵੈਕਟਰ ਹੋਣਾ ਚਾਹੀਦਾ ਹੈ ਕਿਉਂਕਿ ਫਾਊਂਡੇਸ਼ਨ ਦੇ ਅਨੁਸਾਰ ਇਹ ਕਿਹਾ ਗਿਆ ਹੈ। ਇਸ ਲਈ ਸਾਡੇ ਕੋਲ ਪਹਿਲਾਂ ਤੋਂ ਹੀ ਮਾਈਨਸ ਲੈਂਬਡਾ ਆਈ ਹੈ ਅਤੇ ਡਿਟਰਮੀਨੈਂਟ 0 ਦੇ ਬਰਾਬਰ ਹੈ। ਸਾਡੇ ਕੋਲ ਹਮੇਸ਼ਾ ਨਾਨ ਟ੍ਰਿਵੀਅਲ ਸੋਲੂਸ਼ਨ ਹੁੰਦਾ ਹੈ ਇੱਥੇ ਇਕੁਏਸ਼ਨ ਦੇ ਲਈ ਮਾਈਨਸ ਲੈਂਬਡਾ x 0 ਦੇ ਬਰਾਬਰ ਹੈ। ਇਸ ਲਈ ਨਿਸ਼ਚਿਤ ਤੌਰ ਤੇ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹੋਵੇਗਾ ਪਰ 2 ਨਹੀਂ ਹੋ ਸਕਦੇ ਹਨ। ਅਸੀਂ ਇਹ ਇਸ ਨਤੀਜੇ ਦੇ ਵਿੱਚ ਦੇਖਾਂਗੇ। ਇਸ ਲਈ ਇੱਥੇ ਹੈ। ਇਸ ਲਈ ਇਸ ਲੈਂਬਡਾ ਦਾ ਮਤਲਬ ਹੈ 8 ਇੱਥੇ ਇਸ ਨੂੰ a ਦੀ ਡਾਇਗੋਨਲ ਐਂਟਰੀਆਂ ਤੋਂ ਸਬਟ੍ਰੈਕਟ ਕੀਤਾ ਗਿਆ ਸੀ ਅਤੇ ਜਦੋਂ ਸਾਡੇ ਕੋਲ x1 x2 x3 ਹੁੰਦਾ ਹੈ ਅਤੇ ਰਾਈਟ ਹੈਂਡ ਸਾਈਡ e0 ਵੈਕਟਰ ਐਸ਼ਲੋਨ ਫਾਰਮ ਦੇ ਵਿੱਚ ਘਟਾ ਸਕਦੇ ਹਾਂ ਅਤੇ ਇਸ ਲਈ 2-2 ਪਹਿਲੀ ਰੋ ਦੇ ਵਿੱਚ ਉਸ ਤਰ੍ਹਾਂ ਅਤੇ ਫਿਰ ਅਸੀਂ ਇਸ ਨੂੰ ਸਬਟ੍ਰੈਕਟ ਕਰ ਸਕਦੇ ਹਾਂ। ਇਸ ਲਈ ਇਹ 0 ਹੋਵੇਗਾ ਅਤੇ ਅਸੀਂ -3 ਨੂੰ ਸਬਟ੍ਰੈਕਟ ਕਰਦੇ ਹਾਂ ਅਤੇ ਇਹ -3 ਹੈ ਅਤੇ ਇੱਥੇ ਵੀ ਅਸੀਂ ਇਸ ਨੂੰ ਪਹਿਲੇ ਸਟੈਪ ਦੇ ਵਿੱਚ ਐਡ ਕਰ ਸਕਦੇ ਹਾਂ। ਇਸ ਲਈ ਇਹ 0 ਹੋਵੇਗਾ, ਇਹ -3 ਹੋਵੇਗਾ ਅਤੇ ਇਹ -3 ਹੋਵੇਗਾ ਅਤੇ ਫਿਰ ਦੂਜੇ ਸਟੈਪ ਦੇ ਵਿੱਚ ਸੈਕੰਡ ਕਾਲਮ ਦੀ ਮਦਦ ਦੇ ਨਾਲ ਤਾਂ ਸਟੈਪ ਵਿੱਚ ਸਾਨੂੰ ਕੀ ਮਿਲਦਾ ਹੈ ਇਹ -2 2 ਅਤੇ ਫਿਰ ਸਾਡੇ ਕੋਲ 0 ਹੈ ਅਤੇ ਫਿਰ -3 ਅਤੇ -3 ਹੈ। ਇੱਥੇ ਸਾਨੂੰ ਮਿਲਦਾ ਹੈ ਜਦੋਂ ਅਸੀਂ ਰੋ 1 ਅਤੇ ਰੋ 3 ਨੂੰ ਐਡ ਕਰਦੇ ਹਾਂ ਤਾਂ ਸਾਨੂੰ 0 ਮਿਲੇਗਾ, ਸਾਨੂੰ -3 ਅਤੇ -3 ਮਿਲੇਗਾ ਤਾਂ ਫਿਰ ਤੋਂ ਦੂਜੀ ਰੋ ਦੀ ਮਦਦ ਦੇ ਨਾਲ ਅਸੀਂ ਹੁਣ ਅਸਲ ਦੇ ਵਿੱਚ ਨੰਬਰ -3 ਤੋਂ ਛੁਟਕਾਰਾ ਪਾ ਸਕਦੇ ਹਾਂ ਪਰ ਇਹ ਵੀ 0 ਬਣ ਜਾਵੇਗਾ ਤਾਂ ਇਹ ਸਥਿਤੀ ਹੈ। ਇਹ ਇਸ ਮੈਟ੍ਰਿਕਸ ਦੇ ਲਈ ਸਿਸਟਮ ਆਫ ਇਕੁਏਸ਼ਨਸ ਦੇ ਲਈ ਰੋ ਰਿਡਿਊਸਡ ਐਸ਼ਲੋਨ ਫਾਰਮ ਹੈ ਅਤੇ ਹੁਣ ਅਸੀਂ ਦੇਖਦੇ ਹਾਂ ਕਿ ਇਹ ਪਿਵਟ ਐਲੀਮੈਂਟ ਹੈ ਅਤੇ ਇੱਥੇ ਵੀ ਸਾਡੇ ਕੋਲ ਪਿਵਟ ਐਲੀਮੈਂਟ ਹੈ। ਇਸ ਲਈ ਪਹਿਲੇ 2 ਕਾਲਮਾਂ ਦੇ ਵਿੱਚ ਪਿਵਟ ਐਲੀਮੈਂਟ ਹੈ ਅਤੇ ਤੀਜੇ ਕਾਲਮ ਦੇ ਵਿੱਚ ਪਿਵਟ ਐਲੀਮੈਂਟ ਨਹੀਂ ਹੈ। ਇਸ ਲਈ ਇਹ ਇਸ ਵੈਕਟਰ ਦੇ x3 ਕੰਪੋਨੈਂਟ ਦੇ ਅਨੁਸਾਰੀ ਹੈ ਜਿਸ ਨੂੰ ਅਸੀਂ ਫਰੀ ਵੇਰੀਏਬਲ ਵਜੋਂ ਲੈ ਸਕਦੇ ਹਾਂ ਤਾਂ ਕੇਵਲ ਇੱਕ ਫਰੀ ਵੇਰੀਏਬਲ ਹੋਵੇਗਾ ਜੋ ਕਿ ਉੱਥੋਂ ਸਪਸ਼ਟ ਸੀ ਕਿਉਂਕਿ ਅਲਜੈਬਰਿਕ ਮਲਟੀਪਲਿਸਿਟੀ 1 ਸੀ ਅਤੇ ਉਸ ਦੇ ਅਨੁਸਾਰੀ ਸਾਨੂੰ 2 ਫਰੀ ਵੇਰੀਏਬਲ ਨਹੀਂ ਮਿਲ ਸਕਦੇ ਹਨ ਤਾਂ ਫਰੀ ਵੇਰੀਏਬਲ ਦੀ ਗਿਣਤੀ ਸਾਨੂੰ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਦੀ ਗਿਣਤੀ ਦਿੰਦੀ ਹੈ। ਇਸ ਲਈ ਇੱਥੇ ਸਾਡੇ ਕੋਲ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਨਹੀਂ ਹੋ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਪਹਿਲਾਂ ਹੀ ਕੇਵਲ ਇੱਕ ਫਰੀ ਵੇਰੀਏਬਲ ਹੋਵੇਗਾ, ਇਸ ਕੇਸ ਦੇ ਵਿੱਚ 2 ਫਰੀ ਵੇਰੀਏਬਲ ਨਹੀਂ ਹੋਣਗੇ। ਇਸ ਲਈ ਇਹ x3 ਫਰੀ ਵੇਰੀਏਬਲ ਹੈ ਜਿਸ ਨੂੰ ਅਸੀਂ ਦੁਬਾਰਾ ਅਲਫਾ ਦੇ ਰੂਪ ਵਿੱਚ ਚੁਣ ਸਕਦੇ ਹਾਂ। ਇਸ ਅਲਫਾ ਦੇ ਨਾਲ ਅਸੀਂ ਅਲਫਾ ਦੇ ਸੰਬੰਧ ਵਿੱਚ x ਅਤੇ x2 ਨੂੰ ਕੰਪਿਊਟ ਕਰ ਸਕਦੇ ਹਾਂ ਤਾਂ ਫਿਰ ਅਸੀਂ ਇਸ ਇਕੁਏਸ਼ਨ x1 x2 x3 ਦਾ ਸੋਲਿਊਸ਼ਨ ਲਿਖ ਸਕਦੇ ਹਾਂ। ਇਸ ਲਈ ਇੱਥੇ ਇਹ x3 ਨੂੰ ਅਲਫਾ ਵਜੋਂ ਲਿਆ ਗਿਆ ਸੀ ਅਤੇ x2 ਹਾਫ x3 ਹੈ ਤਾਂ ਸਾਡੇ ਕੋਲ ਇਹ -ਅਲਫਾ ਹੈ ਅਤੇ ਇਸ ਇਕੁਏਸ਼ਨ ਨੰਬਰ 1 ਤੋਂ ਸਾਨੂੰ ਇਹ 2 ਟਾਈਮਜ਼ ਮਿਲਦਾ ਹੈ। ਸਾਨੂੰ 2 ਟਾਈਮਜ਼ ਅਲਫਾ ਇਹ ਵੈਕਟਰ ਇੱਥੇ x1 ਹੈ ਤਾਂ ਸਾਡੇ ਕੋਲ ਅਲਫਾ ਹੈ ਜੋ 0 ਦੇ ਬਰਾਬਰ ਨਹੀਂ ਹੈ ਅਤੇ ਖਿਲਾਫ ਰੀਅਲ ਨੰਬਰ ਦਾ ਹੈ। ਅਸੀਂ ਇੱਥੇ ਕੋਈ ਰੀਅਲ ਨੰਬਰ ਲੈ ਸਕਦੇ ਹਾਂ। ਇਸ ਲਈ ਇਹ ਕਿਸੇ ਵੀ ਖਿਲਾਫ ਦੇ ਲਈ 0 ਦੇ ਬਰਾਬਰ ਨਹੀਂ ਹੈ। ਇਹ ਆਈਗਨ ਵੈਕਟਰ ਹਨ ਅਤੇ ਬੁਨਿਆਦੀ ਤੌਰ ਤੇ ਇਸ ਆਈਗਨ ਸਪੇਸ ਦਾ ਡਾਇਮੈਂਸ਼ਨ 1 ਹੈ ਜਾਂ ਦੂਜੇ ਸ਼ਬਦਾਂ ਦੇ ਵਿੱਚ ਇਸ ਦਾ ਇੱਕੋ ਲੀਨੀਅਰਲੀ ਇੰਡੀਪੈਂਡੈਂਟ
ਆਈਗਨ ਵੈਕਟਰ ਹੈ ਜੋ ਕਿ ਉਦਾਹਰਨ ਦੇ ਤੌਰ ਤੇ 2-1 ਹੋ ਸਕਦਾ ਹੈ, ਜੋ ਕਿ ਕੇਵਲ ਇੱਕੋ ਆਈਗਨ ਵੈਕਟਰ ਹੈ ਜੋ ਕਿ ਲਿਨੀਅਰਲੀ ਇੰਡੀਪੈਂਡੈਂਟ ਹੈ। ਕੋਈ ਹੋਰ ਆਈਗਨ ਵੈਕਟਰ, ਜੋ ਸਾਨੂੰ ਇਹ ਵੈਲਿਊ ਅਲਫਾ ਨੂੰ ਬਾਹਰ ਕੱਢ ਕੇ ਮਿਲਦਾ ਹੈ ਜਿੱਥੇ ਉਹ ਇਸ 2-1 ਤੇ ਡਿਪੈਂਡੈਂਟ ਵੈਕਟਰ ਹਨ। ਇਸ ਲਈ ਇਸ ਮਾਮਲੇ ਦੇ ਵਿੱਚ ਸਾਨੂੰ ਕੇਵਲ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਮਿਲਿਆ ਹੈ ਅਤੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ, ਜੋ ਕਿ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਦੀ ਗਿਣਤੀ ਹੈ ਜੋ ਦਿੱਤੀ ਆਈਗਨ ਵੈਲਿਊ ਦੇ ਅਨੁਸਾਰੀ ਹੈ। ਇੱਥੇ ਲੈਂਬਡਾ A ਦੇ ਬਰਾਬਰ ਹੈ, ਇਸ ਲਈ ਇਸ ਲੈਂਬਡਾ ਦੀ ਜਿਓਮੈਟ੍ਰਿਕ ਮਲਟੀਪਲਿਸਿਟੀ 8 ਦੇ ਬਰਾਬਰ ਹੈ। ਇਸ ਲਈ ਇੱਥੇ A ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਦੀ ਗਿਣਤੀ ਹੈ। ਜਦੋਂ ਅਸੀਂ ਆਈਗਨ ਵੈਲਿਊ ਲੈਂਬਡਾ ਨੂੰ ਦੇਖਦੇ ਹਾਂ, ਆਈਗਨ ਲੈਂਬਡਾ 2 ਦੇ ਬਰਾਬਰ ਹੈ ਅਤੇ ਇਹ ਯਾਦ ਰੱਖੋ ਕਿ ਇਸ ਨੂੰ 2 ਵਾਰ ਦੁਹਰਾਇਆ ਗਿਆ ਸੀ ਜਿਸਦਾ ਮਤਲਬ ਹੈ ਕਿ ਇਸ ਲੈਂਬਡਾ ਦੀ ਐਲਜੇਬਰਿਕ ਮਲਟੀਪਲਿਸਿਟੀ 2 ਦੇ ਬਰਾਬਰ ਹੈ ਜੋ 2 ਸੀ। ਇਸ ਲਈ ਇਸ ਮਾਮਲੇ ਦੇ ਵਿੱਚ ਇਹ ਸੰਭਾਵਨਾ ਹੈ ਕਿ ਅਨੁਸਾਰੀ ਆਈਗਨ ਵੈਕਟਰ ਅਨੁਸਾਰੀ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ 2 ਹੋ ਸਕਦੇ ਹਨ। ਮੇਰਾ ਮਤਲਬ ਹੈ ਕਿ ਵੱਧ ਤੋਂ ਵੱਧ 2 ਹੋ ਸਕਦੇ ਹਨ, 1 ਵੀ ਹੋ ਸਕਦਾ ਹੈ। ਸਾਨੂੰ ਪਹਿਲਾਂ ਨਹੀਂ ਪਤਾ ਹੈ ਕਿ ਅਸੀਂ ਉਹਨਾਂ ਨੂੰ ਕੰਪਿਊਟ ਕਰਨਾ ਹੈ, ਕਿਉਂਕਿ ਇਸ ਆਈਗਨ ਵੈਲਿਊ ਨੂੰ ਦੇਖ ਕੇ ਅਸੀਂ ਇਹ ਨਹੀਂ ਦੱਸ ਸਕਦੇ ਹਾਂ ਕਿ ਕਿੰਨੇ ਆਈਗਨ ਵੈਕਟਰ ਦਿੱਤੀ ਆਈਗਨ ਵੈਲਿਊ ਦੇ ਅਨੁਸਾਰੀ ਲੀਨੀਅਰਲੀ ਇੰਡੀਪੈਂਡੈਂਟ ਹੋਣਗੇ, ਪਰ ਹੁਣ ਅਸੀਂ ਇਹ ਦੱਸ ਸਕਦੇ ਹਾਂ ਕਿਉਂਕਿ ਇਸ ਦੀ ਮਲਟੀਪਲਿਸਿਟੀ 2 ਹੈ ਜਾਂ ਅਲਜੈਬਰਿਕ ਮਲਟੀਪਲਿਸਿਟੀ 2 ਸੀ ਅਤੇ ਸਾਨੂੰ ਪਤਾ ਹੈ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ 2 ਦੇ ਘੱਟ ਜਾਂ ਉਸ ਦੇ ਬਰਾਬਰ ਹੈ। ਤਾਂ ਸਾਨੂੰ ਹੁਣ ਪਤਾ ਹੈ ਕਿ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਦੀ ਗਿਣਤੀ 1 ਹੋ ਸਕਦੀ ਹੈ ਜਾਂ ਇਹ 2 ਵੀ ਹੋ ਸਕਦਾ ਹੈ। ਹੁਣ ਇਸ ਮਾਮਲੇ ਦੇ ਵਿੱਚ ਇਸ ਲਈ ਪਹਿਲਾਂ ਇਸ ਨੂੰ ਕੰਪਿਊਟ ਕਰਦੇ ਹਾਂ। A-ਲੈਂਬਡਾ I ਹੈ ਜਦੋਂ ਅਸੀਂ ਡਾਇਗੋਨਲ ਐਂਟਰੀਆਂ ਨੂੰ ਸਬਟਰੈਕਟ ਕਰਦੇ ਹਾਂ ਇਹ ਨੰਬਰ ਲੈਂਬਡਾ। ਇਸ ਲਈ ਸਾਨੂੰ ਸਿਸਟਮ ਆਫ ਲੀਨੀਅਰ ਇਕੁਏਸ਼ਨ ਦੀ ਇਕੁਏਸ਼ਨ ਮਿਲਦੀ ਹੈ ਅਤੇ ਫਿਰ ਇਸ ਨੂੰ ਐਸ਼ਲੋਨ ਫਾਰਮ ਦੇ ਵਿੱਚ ਰੀਡਿਊਸ ਕਰਕੇ, ਇਸ ਲਈ ਇਹ 2 ਕਾਲਮਾਂ ਦੇ ਵਿੱਚ ਰੋ ਸਮਾਨ ਹਨ, ਅਸੀਂ ਉਹਨਾਂ ਵਿੱਚੋਂ ਇੱਕ ਨੂੰ 0 ਦੇ ਬਰਾਬਰ ਸੈੱਟ ਕਰ ਸਕਦੇ ਹਾਂ ਤੁਰੰਤ ਅਤੇ ਇਸ ਪਹਿਲੀ ਰੋ ਦੇ ਵਿੱਚੋਂ ਫਿਰ ਕਿਉਂਕਿ ਇਹ ਇਸ ਦੇ ਅੱਧਾ ਹੈ ਦੁਬਾਰਾ ਜਦੋਂ ਅਸੀਂ ਰੋ ਨੰਬਰ 2 ਨੂੰ ਐਡ ਕਰਦੇ ਹਾਂ ਤਾਂ ਇਹ 0 ਬਣੇਗਾ ਅਤੇ ਇਸ ਤਰ੍ਹਾਂ ਰੋ ਨੰਬਰ 3 ਜੇਕਰ ਅਸੀਂ ਰੋ ਨੰਬਰ 1 ਦੇ ਅੱਧ ਨੂੰ ਸਬਟਰੈਕਟ ਕਰਦੇ ਹਾਂ ਇਹ ਵੀ ਕਿਉਂਕਿ 0 ਹੁੰਦਾ ਹੈ। ਇਸ ਲਈ ਇੱਥੇ ਆਪਰੇਸ਼ਨ ਹੈ, ਅਸੀਂ ਇਹ ਲਿਆ ਹੈ ਕਿ R2 ਕੁਝ ਨਹੀਂ ਬਲਕਿ R2 ਪਲੱਸ ਅੱਧ R1 ਅਤੇ ਇੱਥੇ R3 ਦੇ ਲਈ ਅਸੀਂ ਹੁਣ R3 ਅਤੇ ਮਾਈਨਸ ਅੱਧ R1 ਲਿਆ ਹੈ। ਇਸ ਲਈ ਇਹਨਾਂ 2 ਆਪਰੇਸ਼ਨਾਂ ਦੇ ਨਾਲ 2 ਐਲੀਮੈਂਟਰੀ ਆਪਰੇਸ਼ਨ ਸਾਨੂੰ ਸਿਸਟਮ ਆਫ ਲੀਨੀਅਰ ਇਕੁਏਸ਼ਨ ਦੀ ਰੋ ਰਿਡਿਊਸਡ ਐਸ਼ਲੋਨ ਫਾਰਮ ਮਿਲੀ ਹੈ। ਅਤੇ ਹੁਣ ਅਸੀਂ ਪਛਾਣ ਸਕਦੇ ਹਾਂ ਕਿ ਕਿੰਨੇ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਇਸ ਖਾਸ ਕੇਸ ਦੇ ਵਿੱਚ ਸਾਡੇ ਕੋਲ ਹੋਣਗੇ। ਇਸ ਲਈ ਇੱਥੇ ਪਿਵਟ ਐਲੀਮੈਂਟ ਹੈ ਜੋ ਕਿ ਇਸ ਕੇਸ ਦੇ ਵਿੱਚ -2 ਹੈ ਅਤੇ ਕਾਲਮ ਨੰਬਰ 2 ਦਾ ਇੱਥੇ ਪਿਵਟ ਨਹੀਂ ਹੈ, ਇਸ ਦੇ ਨਾਲ ਹੀ ਸਾਡੇ ਕੋਲ ਪਿਵਟ ਨਹੀਂ ਹੈ। ਇਸ ਲਈ ਕੇਵਲ ਇੱਕੋ ਪਿਵਟ ਹੈ ਜੋ ਕਿ ਕਾਲਮ ਨੰਬਰ 1 ਹੈ। ਇਸ ਲਈ ਇੱਥੇ x2 ਅਤੇ x3 ਅਤੇ x3 ਫਰੀ ਵੇਰੀਏਬਲ ਹੋਣਗੇ। ਹੁਣ ਫਰੀ ਵੇਰੀਏਬਲ ਤਾਂ ਉਹਨਾਂ ਨੂੰ ਕੋਈ ਵੀ ਵੈਲਿਊ ਨਿਰਧਾਰਿਤ ਕਰ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਸਾਡੇ ਕੋਲ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹੋਣਗੇ ਕਿਉਂਕਿ ਫਰੀ ਵੇਰੀਏਬਲ ਦੀ ਗਿਣਤੀ ਇਹ ਫੈਸਲਾ ਕਰਦੀ ਹੈ ਕਿ ਕਿੰਨੇ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹਨ ਜੋ ਸਾਨੂੰ ਮਿਲਣਗੇ। ਇਸ ਲਈ ਇਸ ਕੇਸ ਦੇ ਵਿੱਚ ਸਾਨੂੰ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਮਿਲਣਗੇ ਅਤੇ ਅਸੀਂ ਇਹ ਲਿਖਦੇ ਹਾਂ। ਇਸ ਲਈ ਇੱਥੇ x2 ਨੂੰ α1 x3 ਨੂੰ α2 ਵਜੋਂ ਲਿਆ ਗਿਆ ਹੈ ਅਤੇ ਫਿਰ ਅਸੀਂ ਇਕੁਏਸ਼ਨ ਨੰਬਰ 1 ਤੋਂ x1 ਤੋਂ α1 ਵਜੋਂ ਕੰਪਿਊਟ ਕਰਨਾ ਪਵੇਗਾ। ਜਦੋਂ ਅਸੀਂ ਵੈਕਟਰ ਫਾਰਮ ਦੇ ਵਿੱਚ ਲਿਖਦੇ ਹਾਂ ਕਿਉਂਕਿ ਇਹ α1 ਸਾਡੇ ਕੋਲ ਅੱਧ ਅਤੇ 1 0 ਐਲਗਾ 2 ਇਹ ਅੱਧ 0 1 ਹੈ ਤਾਂ ਸਾਡੇ ਕੋਲ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਮਿਲਿਆ ਹੈ। ਇਸ ਲਈ 1 ਅਤੇ ਇਹ 1 ਅਸੀਂ ਦੇਖ ਸਕਦੇ ਹਾਂ ਕਿ ਇਹ ਲੀਨੀਅਰਲੀ ਇੰਡੀਪੈਂਡੈਂਟ ਹਨ ਜਾਂ ਨਹੀਂ। ਇਸ ਲਈ ਉਸ ਲੈਂਬਡਾ ਦੇ ਅਨੁਸਾਰੀ ਜੋ ਕਿ 2 ਦੇ ਬਰਾਬਰ ਹੈ ਕਿਉਂਕਿ ਇਸ ਨੂੰ 2 ਵਾਰ ਦੁਹਰਾਇਆ ਗਿਆ ਸੀ ਅਲਜੈਬਰਿਕ ਮਲਟੀਪਲਿਸਿਟੀ 2 ਸੀ, ਇਹ ਅਲਜੈਬਰਿਕ ਮਲਟੀਪਲਿਸਿਟੀ 2 ਸੀ ਅਤੇ ਸਾਨੂੰ ਜਿਓਮੈਟ੍ਰਿਕ ਮਲਟੀਪਲਿਸਿਟੀ ਵੀ ਮਿਲੇਗੀ। ਇਸ ਲਈ ਜਿਓਮੈਟ੍ਰਿਕ ਮਲਟੀਪਲਿਸਿਟੀ ਵੀ ਇਸ ਕੇਸ ਦੇ ਵਿੱਚ 2 ਹੈ ਤਾਂ ਸਾਡੇ ਕੋਲ ਅਲਜੈਬਰਿਕ ਮਲਟੀਪਲਿਸਿਟੀ 2 ਹੈ ਅਤੇ ਨਾਲ ਹੀ ਜਿਓਮੈਟ੍ਰਿਕ ਮਲਟੀਪਲਿਸਿਟੀ ਵੀ 2 ਹੈ। ਜਿਓਮੈਟ੍ਰਿਕ ਅਲਜੈਬਰਿਕ 1 ਤੋਂ ਵੱਧ ਨਹੀਂ ਹੋ ਸਕਦੀ ਪਰ ਇਸ ਕੇਸ ਦੇ ਵਿੱਚ ਸਾਡੇ ਕੋਲ ਘੱਟੋ ਘੱਟ ਇੱਕ ਸਮਾਨਤਾ ਹੈ। ਇਸ ਲਈ ਇਸ
ਲੈਂਬਡਾ ਦੀ ਜਿਓਮੈਟ੍ਰਿਕ ਮਲਟੀਪਲਿਸਿਟੀ 2 ਦੇ ਬਰਾਬਰ ਹੈ ਕਿਉਂਕਿ ਸਾਡੇ ਕੋਲ ਇਸ ਲੈਂਬਡਾ ਦੇ ਅਨੁਸਾਰੀ ਦੋ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਹਨ। ਠੀਕ ਹੈ ਤਾਂ ਇਹ ਉਦਾਹਰਣ ਹੈ ਜਿੱਥੇ ਅਸੀਂ ਇਹ ਮੈਟ੍ਰਿਕਸ ਦੇ ਆਈਗਨ ਵੈਲਿਊ ਅਤੇ ਆਈਗਨ ਵੈਕਟਰ ਨੂੰ ਨਿਰਧਾਰਿਤ ਕਰਦੇ ਹਾਂ। ਇੱਥੇ ਦਿੱਤਾ ਗਿਆ ਹੈ 2 4 0 0 2 0 0 0 3 ਅਤੇ ਇਸ ਕੇਸ ਦੇ ਵਿੱਚ ਇੱਕ ਵਿਅਕਤੀ ਆਸਾਨੀ ਦੇ ਨਾਲ ਆਈਗਨ ਵੈਲਿਊਜ਼ ਨੂੰ ਕੰਪਿਊਟ ਕਰ ਸਕਦਾ ਹੈ ਜੋ ਕਿ ਡਾਇਗਨਲ ਐਂਟਰੀਆਂ ਹੋਣਗੀਆਂ ਕਿਉਂਕਿ ਉਸ ਦੀ ਲੋਅਰ ਟਰਾਇਐਂਗੂਲਰ ਮੈਟ੍ਰਿਕਸ ਅਤੇ ਟਰਾਇਐਂਗੂਲਰ ਮੈਟ੍ਰਿਸਿਸ ਦੇ ਲਈ ਸਾਡੇ ਕੋਲ ਸਾਰੀਆਂ ਆਈ ਵੈਲਿਊਜ਼ ਮੌਜੂਦ ਹਨ ਜੋ ਕਿ ਇੱਥੇ ਡਾਇਗੋਨਲ ਤੇ ਮੌਜੂਦ ਹਨ। ਇਸ ਲਈ ਸਾਡੇ ਕੋਲ 2 ਤੋਂ 3 ਆਈਗਨ ਵੈਲਿਊਜ਼ ਹਨ ਅਤੇ ਇੱਕ ਟਰਾਇਐਂਗੂਲਰ ਮੈਟ੍ਰਿਕਸ ਦੀ ਆਈਗਨ ਵੈਲਿਊਜ਼ ਹਮੇਸ਼ਾ ਉਸ ਦਾ ਇੱਕ ਡਾਇਗਨਲ ਐਲੀਮੈਂਟ ਹੁੰਦਾ ਹੈ। ਸਾਡੇ ਕੋਲ ਇਹ ਆਈਗਨ ਵੈਲਿਊਜ਼ ਹਨ 2 ਤੋਂ 3 ਆਈਗਨ ਸਪੇਸ। ਹੁਣ ਅਸੀਂ ਲੈਂਬਡਾ ਡੇਲੀ ਕੰਪਿਊਟ ਕਰਾਂਗੇ ਜੋ ਕਿ 2 ਦੇ ਬਰਾਬਰ ਹੈ। ਦੁਬਾਰਾ ਮੇਰਾ ਮਤਲਬ ਹੈ ਇੱਥੇ ਜੇਕਰ ਤੁਸੀਂ ਅਲਜੈਬਰਿਕ ਮਲਟੀਪਲਿਸਿਟੀ ਬਾਰੇ ਜਾਣਨਾ ਚਾਹੁੰਦੇ ਹੋ ਇਸ ਲਈ ਇਹ 2 ਦੇ ਲਈ 2 ਹੈ ਅਤੇ 3 ਦੀ ਅਲਜੈਬਰਿਕ ਮਲਟੀਪਲਿਸਿਟੀ 1 ਹੈ। ਇਸ ਲਈ ਇੱਥੇ ਆਈਗਨ ਸਪੇਸ ਅਸੀਂ ਕੰਪਿਊਟ ਕਰਨਾ ਚਾਹੁੰਦੇ ਹਾਂ ਤਾਂ ਜੋ ਜਿਓਮੈਟ੍ਰਿਕ ਮਲਟੀਪਲਿਸਿਟੀ ਪ੍ਰਾਪਤ ਕਰ ਸਕੀਏ ਇਸ ਲਈ ਇੱਥੇ ਆਈਗਨ ਸਪੇਸ ਹੈ ਇਹ ਮਾਈਨਸ ਲੈਂਬਡਾ ਆਈ ਹੈ। ਇਸ ਲਈ ਇੱਥੇ 2 ਨੂੰ ਡਿਗਨਲ ਐਂਟਰੀਆਂ ਦੇ ਵਿੱਚੋਂ ਸਬਟ੍ਰੈਕਟ ਕੀਤਾ ਜਾਵੇਗਾ। ਸਾਨੂੰ ਇੱਥੇ 0 ਮਿਲੇਗਾ 0 ਉੱਥੇ 1 ਉੱਥੇ ਅਤੇ ਇਸ ਲਈ ਇਹ ਉਹ ਹੈ। ਹੁਣ ਮੈਟ੍ਰਿਕਸ ਹੈ ਇਹ ਮਾਈਨਸ ਲੈਂਬਡਾ ਆਈ ਅਤੇ x 0 ਦੇ ਬਰਾਬਰ ਹੈ। ਇਸ ਲਈ ਅਸੀਂ ਇੱਥੇ ਦੇਖਦੇ ਹਾਂ ਕਿ ਅਸੀਂ ਅਸਲ ਵਿੱਚ ਇਸ ਨੂੰ ਲੈ ਸਕਦੇ ਹਾਂ। ਅਸੀਂ ਰੋ ਨੂੰ ਆਪਸ ਵਿੱਚ ਬਦਲ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਐਸ਼ਲੋਨ ਫਾਰਮ ਰਿਡਿਊਸਡ ਐਸ਼ਲੋਨ ਫਾਰਮ ਹੈ 0 ਨੂੰ ਅਸੀਂ ਥੱਲੇ ਲੈ ਕੇ ਆ ਸਕਦੇ ਹਾਂ। ਇਸ ਲਈ ਅਸੀਂ ਇਸ ਐਸ਼ਲੋਨ ਫਾਰਮ ਦੇ ਵਿੱਚ ਬਦਲ ਸਕਦਾ ਹਾਂ ਅਤੇ ਅਸੀਂ ਦੇਖਾਂਗੇ ਕਿ ਇਹ 2 ਹੋਵੇਗਾ। ਇੱਥੇ 2 ਪਿਵਟ ਐਲੀਮੈਂਟ ਹੋਣਗੇ ਤਾਂ ਇਹ ਪਿਵਟ ਐਲੀਮੈਂਟ ਹੋਵੇਗਾ ਅਤੇ ਇੱਕ ਅਜਿਹਾ ਪਿਵਟ ਐਲੀਮੈਂਟ ਹੋਵੇਗਾ ਜਦੋਂ ਅਸੀਂ ਇਸ ਨੂੰ ਐਸ਼ਲੋਨ ਫਾਰਮ ਦੇ ਵਿੱਚ ਬਦਲਦੇ ਹਾਂ ਅਤੇ ਇਹ ਵਿਚਕਾਰ ਵਾਲਾ ਇਸ ਲਈ ਇੱਥੇ ਪਹਿਲੇ ਕਾਲਮ ਦਾ ਪਿਵਟ ਹੋਵੇਗਾ ਅਤੇ ਤੀਜੇ ਕਾਲਮ ਦੇ ਵਿੱਚ ਪਿਵਟ ਹੋਵੇਗਾ ਅਤੇ ਇਹ x2 ਫਰੀ ਵੇਰੀਏਬਲ ਹੋਣਗੇ। ਇਸ ਲਈ ਇਹ x2 ਫਰੀ ਵੇਰੀਏਬਲ ਹੋਵੇਗਾ ਜਿਸ ਦਾ ਮਤਲਬ ਹੈ ਕਿ ਕੇਵਲ ਇੱਕ ਫਰੀ ਵੇਰੀਏਬਲ ਅਤੇ ਸਾਨੂੰ ਇੱਕੋ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਮਿਲੇਗਾ। ਅਤੇ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਜਦੋਂ ਅਸੀਂ x3 ਨੂੰ 0 ਦੇ ਬਰਾਬਰ ਕੰਪਿਊਟ ਕਰਦੇ ਹਾਂ ਉਹ ਸਿੱਧਾ ਇਸ ਇਕੁਏਸ਼ਨ ਤੋਂ ਹੁੰਦਾ ਹੈ ਅਤੇ ਇਸ ਇਕੁਏਸ਼ਨ ਤੋਂ ਅਸੀਂ x1 0 ਦੇ ਬਰਾਬਰ ਮਿਲੇਗਾ। ਇਸ ਲਈ ਇਸ ਤੋਂ ਸਾਨੂੰ x1 0 ਦੇ ਬਰਾਬਰ ਮਿਲਦਾ ਹੈ। ਇਸ ਦੇ ਨਾਲ ਹੀ x3 0 ਦੇ ਬਰਾਬਰ ਹੈ ਅਤੇ x2 ਫਰੀ ਵੇਰੀਏਬਲ ਹੋਵੇਗਾ ਜਿਸ ਨੂੰ ਅਸੀਂ ਅਲਫਾ ਵਜੋਂ ਲੈ ਸਕਦੇ ਹਾਂ ਅਤੇ ਫਿਰ ਇਸ x1 x2 x3 ਨੂੰ ਅਸੀਂ ਅਲਫਾ ਟਾਈਮਜ਼ 0 1 0 ਵਜੋਂ ਲਿਖ ਸਕਦੇ ਹਾਂ। ਇਸ ਲਈ ਇੱਥੇ ਇਸ ਕੇਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 2 ਦੇ ਬਰਾਬਰ ਹੈ ਜੋ 2 ਸੀ ਪਰ ਹੁਣੇ ਸਾਨੂੰ ਜਿਓਮੈਟ੍ਰਿਕ ਮਲਟੀਪਲਿਸਿਟੀ 1 ਮਿਲੀ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਦਿੱਤੀਆਂ ਆਈਗਨ ਵੈਲਿਊਜ਼ ਦੇ ਲਈ ਅਸੀਂ ਪਹਿਲਾਂ ਨਹੀਂ ਦੱਸ ਸਕਦੇ ਕਿ ਕਿੰਨੇ ਆਈਗਨ ਵੈਲਿਊ ਵੇਕਟਰ ਲੀਨੀਅਰਲੀ ਇੰਡੀਪੈਂਡੈਂਟ ਹੋਣਗੇ ਤਾਂ ਅਸੀਂ ਉਹਨਾਂ ਨੂੰ ਕੰਪਿਊਟ ਕਰਨਾ ਹੈ। ਅਸੀਂ ਨਤੀਜੇ ਤੋਂ ਇਹ ਜਾਣਦੇ ਹਾਂ ਕਿ ਅਲਜੈਬਰਿਕ ਮਲਟੀਪਲਿਸਿਟੀ ਜਿਓਮੈਟ੍ਰਿਕ ਮਲਟੀਪਲਿਸਿਟੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ ਜਾਂ ਜਿਓਮੈਟ੍ਰਿਕ ਮਲਟੀਪਲਿਸਿਟੀ ਅਲਜੈਬਰਿਕ ਮਲਟੀਪਲਿਸਿਟੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ। ਇਸ ਦੀ ਅਲਜੈਬਰਿਕ ਮਲਟੀਪਲਿਸਿਟੀ 2 ਸੀ ਤਾਂ ਸਾਨੂੰ ਪਤਾ ਹੈ ਕਿ ਵੱਧ ਤੋਂ ਵੱਧ 2 ਲੀਨੀਅਰਲੀ ਇੰਡੀਪੈਂਡੈਂਟ ਆਈ ਵੇਕਟਰ ਹੋਣਗੇ। 3 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਨਹੀਂ ਹੋ ਸਕਦੇ ਉਦਾਹਰਨ ਦੇ ਲਈ ਇਸ ਕੇਸ ਦੇ ਵਿੱਚ ਪਰ ਸਾਨੂੰ ਇਹ ਨਹੀਂ ਪਤਾ ਹੈ ਕਿ ਕੀ 2 ਹੋਵੇਗਾ ਤੇ 1 ਕਿੱਥੇ ਹੋਵੇਗਾ। ਇਸ ਲਈ ਅਸੀਂ ਪਿਛਲੇ ਉਦਾਹਰਨ ਦੇ ਵਿੱਚ ਦੇਖਿਆ ਹੈ ਕਿ ਅਲਜੈਬਰਿਕ ਮਲਟੀਪਲਿਸਿਟੀ ਰਾਹੀਂ ਇਹ 2 ਸੀ ਅਤੇ ਜਿਓਮੈਟ੍ਰਿਕ ਮਲਟੀਪਲਿਸਿਟੀ ਵੀ ਇਸ ਕੇਸ ਦੇ ਵਿੱਚ 2 ਸੀ। ਸਾਡੇ ਕੋਲ ਅਲਜੈਬਰਿਕ ਮਲਟੀਪਲਿਸਿਟੀ 2 ਸੀ ਪਰ ਜਿਓਮੈਟ੍ਰਿਕ ਮਲਟੀਪਲਿਸਿਟੀ ਇਸ ਕੇਸ ਦੇ ਵਿੱਚ 1 ਹੈ। ਇਸ ਲਈ ਇੱਥੇ ਜਿਓਮੈਟ੍ਰਿਕ ਮਲਟੀਪਲਿਸਿਟੀ 1 ਹੈ ਕਿਉਂਕਿ ਸਾਡੇ ਕੋਲ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਹੈ ਅਤੇ 2 ਦੀ ਅਲਜੈਬਰਿਕ ਮਲਟੀਪਲਿਸਿਟੀ 2 ਹੈ ਕਿਉਂਕਿ ਇਹਨਾਂ ਦੋਨਾਂ ਨੂੰ 2 ਵਾਰ ਦੁਹਰਾਇਆ ਗਿਆ ਸੀ। ਇਸ ਲੈਂਬਡਾ ਦੀ ਆਈਗਨ ਸਪੇਸ 3 ਦੇ ਬਰਾਬਰ ਹੋਵੇਗਾ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਕੇਵਲ 1 ਹੋਵੇਗਾ। ਇਸ ਲਈ ਇਸ ਕੇਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਕੇਵਲ ਇੱਕ ਫਰੀ ਵੇਰੀਏਬਲ ਹੋਵੇਗਾ ਨਿਸ਼ਚਿਤ ਤੌਰ ਤੇ ਕਿਉਂਕਿ ਅਲਜੇਬਰਿਕ ਮਲਟੀਪਲਿਸਿਟੀ 1 ਹੈ। ਇਸ ਲਈ ਸਾਡੇ ਕੋਲ 1 ਤੋਂ ਵੱਧ ਲੀਨੀਅਰਲੀ ਇੰਡੀਪੈਂਡੈਂਟ ਵੇਰੀਏਬਲ ਨਹੀਂ ਹੋ ਸਕਦਾ ਹੈ। ਇਸ ਲਈ ਇੱਥੇ ਜੇਕਰ ਅਸੀਂ ਇਹ ਮਾਈਨਸ ਲੈਂਬਡਾ ਆਈ x ਬਰਾਬਰ 0 ਨੂੰ ਕੰਪਿਊਟ ਕਰਦੇ ਹਾਂ ਸਾਡੇ ਕੋਲ ਇਹ ਹੈ ਅਤੇ ਫਿਰ ਜਦੋਂ ਅਸੀਂ ਸਿਸਟਮ ਨੂੰ ਹੱਲ ਕਰਦੇ ਹਾਂ ਇਸ ਲਈ ਅਸੀਂ ਦੇਖਾਂਗੇ ਕਿ ਇਸ ਕੇਸ ਦੇ ਵਿੱਚ 2 ਪਿਵਟ ਹਨ। ਜਦੋਂ ਅਸੀਂ ਇਸ ਨੂੰ 2 0 ਕਰਦੇ ਹਾਂ ਅਤੇ ਫਿਰ ਇਹ ਵੀ ਪਿਵਟ ਬਣੇਗਾ ਕਿਉਂਕਿ ਉਸ ਮਾਮਲੇ ਦੇ ਵਿੱਚ ਇਹ 0 ਨਹੀਂ ਹੋਵੇਗਾ ਤਾਂ ਇਸ ਮੈਟ੍ਰਿਕਸ ਦੇ ਸਟਰਕਚਰ ਤੋਂ ਸਾਡੇ ਕੋਲ 2 ਪਿਵਟ ਐਲੀਮੈਂਟ ਹੋਣਗੇ ਅਤੇ ਇਹ x3 ਇਸ ਕੇਸ ਦੇ ਵਿੱਚ ਫਰੀ ਵੇਰੀਏਬਲ
ਹੋਵੇਗਾ, ਇਸ ਲਈ ਇਹ ਅਲਫਾ x3 ਦੇ ਅਨੁਸਾਰੀ ਹੈ ਅਤੇ ਇਹ x2 0 ਹੋਵੇਗਾ ਅਤੇ x1 ਵੀ 0 ਹੋਵੇਗਾ, ਤਾਂ ਸਾਨੂੰ ਸੋਲਿਊਸ਼ਨ ਅਲਫਾ ਟਾਈਮਸ 0 1 1 ਮਿਲੇਗਾ ਅਤੇ ਜਿਸ ਤਰ੍ਹਾਂ ਉਮੀਦ ਕੀਤੀ ਜਾਂਦੀ ਹੈ ਕੇਵਲ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹੋਵੇਗਾ ਜੋ ਕਿ ਇਸ ਲੈਂਬਡਾ ਬਰਾਬਰ 3 ਦੇ ਅਨੁਸਾਰੀ ਹੈ। ਇਸ ਲਈ ਇਸ ਲੈਂਬਡਾ ਦੀ ਜਿਓਮੈਟ੍ਰਿਕ ਮਲਟੀਪਲਿਸਿਟੀ 3 ਦੇ ਬਰਾਬਰ ਹੈ ਜੋ ਕਿ 1 ਹੈ ਅਤੇ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 3 ਦੇ ਬਰਾਬਰ ਹੈ ਜੋ ਕਿ ਇਸ ਮਾਮਲੇ ਦੇ ਵਿੱਚ 1 ਸੀ। ਹੋਰ ਉਦਾਹਰਨ ਜਿੱਥੇ ਅਸੀਂ ਇਸ ਲੈਂਬਡਾ ਦੀ ਆਈਗਨ ਸਪੇਸ ਦੀ ਡਾਇਮੈਂਸ਼ਨ ਨੂੰ ਪਤਾ ਕਰਾਂਗੇ ਜੋ ਇਸ ਬਹੁਤ ਖਾਸ ਮੈਟ੍ਰਿਕਸ ਦੇ ਬਰਾਬਰ ਹੈ ਇੱਥੇ 1 0 0 1 1 1 ਅਤੇ 0 0 0। ਇਸ ਲਈ ਇਸ ਕੇਸ ਦੇ ਵਿੱਚ ਅਸੀਂ ਕੈਰੈਕਟਰਿਸਟਿਕ ਇਕੁਏਸ਼ਨ ਨੂੰ ਫਿਰ ਤੋਂ ਲਿਖਣਾ ਹੈ ਤਾਂ ਜੋ ਇਹ ਮਾਈਨਸ ਲੈਂਬਡਾ I 0 ਦੇ ਬਰਾਬਰ ਹੈ। ਇਸ ਲਈ 1 ਮਾਈਨਸ ਲੈਂਬਡਾ ਇੱਥੇ 1 ਮਾਈਨਸ ਲੈਂਬਡਾ 1 ਮਾਈਨਸ ਲੈਂਬਡਾ ਅਤੇ ਡਿਟਰਮੀਨੈਂਟ। ਇਸ ਲਈ ਅਸੀਂ ਇਸ ਕੇਸ ਦੇ ਵਿੱਚ ਦੇਖਾਂਗੇ ਕਿ ਕੈਰੈਕਟਰਿਸਟਿਕ ਇਕੁਏਸ਼ਨ ਲੈਂਬਡਾ ਮਾਈਨਸ 1 ਪਾਵਰ 3 ਬਰਾਬਰ 0 ਹੈ। ਇਸ ਲਈ ਸਾਡੇ ਕੋਲ 3 ਰੂਟਸ ਹਨ 1 1 1। ਇਸ ਦਾ ਮਤਲਬ ਹੈ ਕਿ ਇਸ ਲੈਂਬਡਾ ਦੀ ਅਲਜੈਬਰਿਕ ਮਲਟੀਪਲਿਸਿਟੀ 1 ਦੇ ਬਰਾਬਰ ਹੈ ਜੋ ਕਿ ਹੁਣ 3 ਹੈ। ਇਸ ਲਈ ਸਾਡੇ ਕੋਲ ਇੱਕ ਉਦਾਹਰਣ ਹੈ ਜਿੱਥੇ ਸਾਡੇ ਕੋਲ ਸਮਾਨ ਆਈਗਨ ਵੈਲਿਊ ਹਨ ਪਰ ਇਹਨਾਂ ਨੂੰ 3 ਵਾਰ ਦੁਹਰਾਇਆ ਜਾਂਦਾ ਹੈ। ਜਦੋਂ ਅਸੀਂ ਆਈਗਨ ਸਪੇਸ ਨੂੰ ਕੰਪਿਊਟ ਕਰਦੇ ਹਾਂ ਇਸ ਦਾ ਮਤਲਬ ਹੈ ਕਿ ਅਸੀਂ ਆਈਗਨ ਵੈਕਟਰ ਨੂੰ ਕੰਪਿਊਟ ਕਰਨਾ ਹੁੰਦਾ ਹੈ। ਇਸ ਲਈ ਇਸ ਇਕੁਏਸ਼ਨ ਦੇ ਨਾਲ ਇਹ ਮਾਈਨਸ ਲੈਂਬਡਾ x 0 ਦੇ ਬਰਾਬਰ ਹੈ ਤਾਂ ਇਸ ਮਾਮਲੇ ਦੇ ਵਿੱਚ ਕੀ ਹੋਵੇਗਾ ਕਿ ਜਦੋਂ ਅਸੀਂ ਇਹ ਮਾਈਨਸ ਲੈਂਬਡਾ I ਲੈਂਦੇ ਹਾਂ ਮਾਈਨਸ 1 ਡਾਇਗੋਨਲ ਐਂਟਰੀਆਂ ਤੋਂ ਇਸ ਲਈ ਇਹ ਡਾਇਗੋਨਲ ਵੀ 0 ਹੋਣਗੇ ਅਤੇ ਸਾਡੇ ਕੋਲ ਇਹ ਬਹੁਤ ਸਰਲ ਉਦਾਹਰਣ ਹੈ ਅਤੇ ਇਸ ਮਾਮਲੇ ਦੇ ਵਿੱਚ ਕੇਵਲ ਇੱਕੋ ਪਿਵਟ ਹੋਵੇਗਾ। ਇਸ ਲਈ ਪਹਿਲੇ ਕਾਲਮ ਦੇ ਵਿੱਚ ਪਿਵਟ ਹੋਵੇਗਾ ਅਤੇ ਦੂਜੇ ਅਤੇ ਤੀਜੇ ਦੇ ਵਿੱਚ ਫਰੀ ਵੇਰੀਏਬਲ ਹੋਣਗੇ। ਇਸ ਲਈ ਇਹ ਪਿਵਟ ਐਲੀਮੈਂਟ ਹੋਵੇਗਾ ਅਤੇ ਫਿਰ ਕੁਝ ਨਹੀਂ। ਸਾਡੇ ਕੋਲ ਫਰੀ ਵੇਰੀਏਬਲ ਹਨ ਸਾਡੇ ਕੋਲ ਫਰੀ ਵੇਰੀਏਬਲ ਹਨ ਇਸ ਲਈ 2 ਫਰੀ ਵੇਰੀਏਬਲ ਹਨ ਮਤਲਬ 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹਨ। ਇਸ ਲਈ x2 ਦੇ ਲਈ ਅਸੀਂ ਅਲਫਾ 1 x3 ਨੂੰ ਅਸਾਈਨ ਕਰਦੇ ਹਾਂ ਅਸੀਂ ਅਲਫਾ 2 ਨੂੰ ਅਸਾਈਨ ਕਰਦੇ ਹਾਂ ਇਸ ਇਕੁਏਸ਼ਨ ਤੋਂ ਜਿਸ ਦੇ ਅਨੁਸਾਰ x1 ਪਲਸ x3 0 ਦੇ ਬਰਾਬਰ ਹੈ। ਇਸ ਦਾ ਮਤਲਬ ਹੈ ਕਿ x1 ਮਾਈਨਸ x3 ਦੇ ਬਰਾਬਰ ਹੈ। ਇਸ ਲਈ ਸਾਨੂੰ ਇੱਥੇ x1 ਮਿਲਦਾ ਹੈ ਜੋ ਕਿ ਮਾਈਨਸ ਅਲਫਾ 2 ਦੇ ਬਰਾਬਰ ਹੈ। ਇਸ ਲਈ ਇਸ ਵੈਕਟਰ ਫਾਰਮ ਦੇ ਵਿੱਚ ਲਿਖ ਕੇ ਸਾਡੇ ਕੋਲ x1 x2 x3 ਅਲਫਾ 1 ਦੇ ਰੂਪ ਵਿੱਚ ਹੁੰਦੀ ਹੈ। ਇਸ ਲਈ ਇੱਥੇ ਕੰਪੋਨੈਂਟ 0 ਹੈ ਅਤੇ ਦੂਜੀ ਪਲੇਸ 1 ਹੈ ਅਤੇ ਫਿਰ ਅਲਫਾ 2 ਦੇ ਲਈ 0 ਹੈ ਇੱਕ ਪਲੇਸ ਤੇ ਸਾਡੇ ਕੋਲ ਮਾਈਨਸ 1 ਹੈ ਅਤੇ ਫਿਰ 0 ਅਤੇ x3 ਇੱਥੇ ਅਲਫਾ 2 ਹੈ। ਇਸ ਲਈ ਇੱਕ ਕੇਸ ਲਈ ਸਾਡੇ ਕੋਲ x1 x2 x3 ਹੈ ਕਿਉਂਕਿ ਅਲਫਾ 1 ਟਾਈਮਸ 0 1 0 ਅਲਫਾ 2 ਟਾਈਮਸ ਮਾਈਨਸ 1 0 ਅਤੇ 1 2 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹਨ ਜੋ ਆਈਗਨ ਵੈਲਿਊ 3 ਦੇ ਅਨੁਸਾਰੀ ਹਨ। ਇਸ ਲਈ ਆਈਗਨ ਵੈਲਿਊ 1 ਇੱਥੇ ਜਿਸ ਨੂੰ 3 ਵਾਰ ਦੁਹਰਾਇਆ ਗਿਆ ਹੈ। ਇਸ ਲਈ ਇਸ ਲੈਂਬਡਾ ਦੀ ਅਲਜੇਬਰਿਕ ਮਲਟੀਪਲਿਸਿਟੀ 1 ਦੇ ਬਰਾਬਰ ਹੈ ਜੋ 3 ਸੀ ਅਤੇ ਇਸ ਲੈਂਬਡਾ ਦੀ ਜਿਓਮੈਟ੍ਰਿਕ ਮਲਟੀਪਲਿਸਿਟੀ 1 ਹੈ ਜੋ ਕਿ 1 ਹੈ। ਉਹ ਮਾਫ ਕਰੋ 2 ਕਿ 2 ਲੀਨੀਅਰਲੀ ਇੰਡੀਪੈਂਡੈਂਟ ਵੈਕਟਰ। ਇਸ ਲਈ ਆਈਗਨ ਸਪੇਸ ਦੀ ਡਾਇਮੈਂਸ਼ਨ 2 ਹੈ ਜਾਂ ਇਸ ਲੈਂਬਡਾ ਦੀ ਜਿਓਮੈਟ੍ਰਿਕ ਮਲਟੀਪਲਿਸਿਟੀ 1 ਦੇ ਬਰਾਬਰ ਹੈ ਜੋ ਕਿ ਇਸ ਕੇਸ ਦੇ ਵਿੱਚ 2 ਹੈ। ਇਸ ਲਈ ਦੁਬਾਰਾ ਭਾਵੇਂ ਇਸ ਨੂੰ 3 ਵਾਰ ਦੁਹਰਾਇਆ ਗਿਆ ਸੀ ਪਰ ਸਾਨੂੰ ਕੇਵਲ ਇੱਕੋ ਡਾਇਮੈਂਸ਼ਨ ਮਿਲਿਆ ਹੈ ਕਿਉਂਕਿ 2 ਨਹੀਂ 3 ਅਤੇ 1 ਨਹੀਂ ਪਰ ਮੁਮਕਿਨ ਵੈਲਿਊਜ਼ 3 ਹੋ ਸਕਦੀਆਂ ਹਨ ਇਹ 2 ਹੋ ਸਕਦੀਆਂ ਹਨ ਕਿਉਂਕਿ ਇਸ ਮਾਮਲੇ ਦੇ ਵਿੱਚ ਇਹ 1 ਵੀ ਹੋ ਸਕਦਾ ਹੈ। ਇਸ ਉਦਾਹਰਣ ਦੇ ਵਿੱਚ ਦੁਬਾਰਾ ਅਸੀਂ ਆਈਡੈਂਟਿਟੀ ਮੈਟ੍ਰਿਕਸ ਲਵਾਂਗੇ ਜਿਸ ਦਾ ਮੁਲਾਂਕਣ ਕਰਨਾ ਆਸਾਨ ਹੈ। ਅਸੀਂ ਇਸੇ ਦੀ ਆਈਗਨ ਸਪੇਸ ਦੀ ਡਾਇਮੈਂਸ਼ਨ ਨੂੰ ਪਤਾ ਕਰਨਾ ਹੈ ਜੋ ਕਿ ਆਈਡੈਂਟਿਟੀ ਮੈਟ੍ਰਿਕਸ ਦੇ ਬਰਾਬਰ ਹੈ ਅਤੇ ਜੇਕਰ ਅਸੀਂ ਉਸ ਦੀ ਕੈਰੈਕਟਰਿਸਟਿਕ ਇਕੁਏਸ਼ਨ ਨੂੰ ਲਿਖਦੇ ਹਾਂ ਤਾਂ ਸਾਨੂੰ ਇਹ ਲੈਂਬਡਾ ਮਾਈਨਸ 1 ਪਾਵਰ 3 0 ਦੇ ਬਰਾਬਰ ਹੈ। ਇਸ ਲਈ ਦੁਬਾਰਾ ਸਾਡੇ ਕੋਲ ਇਹ 1 1 1 ਹੈ ਇਸ ਆਈਗਨ ਵੈਲਿਊ ਦੀ ਅਲਜੇਬਰਿਕ ਮਲਟੀਪਲਿਸਿਟੀ ਕੇਵਲ ਹੁਣ 3 ਹੈ। ਇਸ ਲਈ ਇਸ ਦੇ ਅਨੁਸਾਰੀ ਇਸ ਲਈ ਅਲਜੇਬਰਿਕ ਮਲਟੀਪਲਿਸਿਟੀ 3 ਹੈ ਅਤੇ ਜੇਕਰ ਅਸੀਂ ਜਿਓਮੈਟ੍ਰਿਕ ਮਲਟੀਪਲਿਸਿਟੀ ਨੂੰ ਕੰਪਿਊਟ ਕਰਦੇ ਹਾਂ ਹੁਣ ਇਹ ਦਿਲਚਸਪ ਹੈ ਤਾਂ ਇਸੇ ਮਾਈਨਸ ਲੈਂਬਡਾ x ਬਰਾਬਰ 0 ਦੁਆਰਾ ਆਈਗਨ ਸਪੇਸ ਨੂੰ ਕੰਪਿਊਟ ਕੀਤਾ ਜਾਵੇਗਾ ਅਤੇ ਇਸ ਲਈ ਜਦੋਂ ਅਸੀਂ ਇਸ ਆਈਗਨ ਵੈਲਿਊ 1 ਤੋਂ ਡਾਇਗੋਨਲ ਐਂਟਰੀਆਂ ਨੂੰ ਸਬਟ੍ਰੈਕਟ ਕਰਦੇ ਹਾਂ ਇਸ ਲਈ ਸਾਨੂੰ ਇੱਥੇ 0 ਮੈਟ੍ਰਿਕਸ ਮਿਲੇਗਾ ਅਤੇ x1 x2 x3 ਫਿਰ 0 ਮੈਟ੍ਰਿਕਸ ਦੇ ਬਰਾਬਰ ਹੈ। ਤਾਂ ਹੁਣ ਅਸੀਂ ਇਸ ਕੇਸ ਦੇ ਵਿੱਚ ਕੀ ਦੇਖਦੇ ਹਾਂ ਇੱਥੇ ਕੋਈ ਪਿਵਟ ਨਹੀਂ ਹੈ ਅਤੇ ਸਾਰੇ ਵੇਰੀਏਬਲ x1 x2 x3 ਇਹ ਫਰੀ ਵੇਰੀਏਬਲ ਹਨ। ਅਸੀਂ x1 x2
x3 ਨੂੰ ਕੋਈ ਵੀ ਵੈਲਿਊ ਅਸਾਈਨ ਕਰ ਸਕਦੇ ਹਾਂ। ਇੱਥੇ ਉਹ ਫਰੀ ਹਨ, ਅਤੇ ਇਹ ਇੱਕ ਬਹੁਤ ਖਾਸ ਕੇਸ ਹੈ ਜੋ ਅਸੀਂ ਹੁਣੇ ਦੇਖਿਆ ਹੈ ਕਿ ਸਾਨੂੰ ਇੱਥੇ ਮਾਈਨਸ ਲੈਂਬਡਾ i ਵਜੋਂ 0 ਮੈਟ੍ਰਿਕਸ ਮਿਲੀ ਹੈ। ਅਤੇ ਫਿਰ ਸਾਡੇ ਕੋਲ ਹੈ, ਇਸ ਨੂੰ ਚੁਣਨ ਦੀ ਸੰਭਾਵਨਾ x1 x2 x3 ਸੁਤੰਤਰ ਤੌਰ ਤੇ, ਇਸ ਲਈ, ਜੋ ਵੀ ਹੈ, ਅਤੇ ਅਸੀਂ ਖਿਲਾਫ 1 ਇੱਥੇ ਲੈਣਾ ਹੈ L ਦਾ 2 ਅਤੇ ਖਿਲਾਫ 3 ਕਿਉਂਕਿ ਤਿੰਨੋਂ ਫਰੀ ਵੇਰੀਏਬਲ ਹਨ, ਅਤੇ ਫਿਰ ਇਹ x 1 x2 x3 ਅਸੀਂ ਇਸ ਨੂੰ ਅਲਫਾ 1 ਅਲਫਾ 2 ਅਲਫਾ 3 ਵਜੋਂ ਲਿਖਿਆ ਹੈ ਕਿਉਂਕਿ ਇਹ ਸੁਮੇਲਨ ਅਲਫਾ 1 ਇਹ 1 0 0 ਅਲਫਾ 2 0 1 0 ਅਲਫਾ 3 0 0 1 ਹੋਵੇਗਾ। ਇਸ ਲਈ, ਸਾਡੇ ਕੋਲ ਇਸ ਕੇਸ ਦੇ ਵਿੱਚ 3 ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਹਨ ਜੋ ਕਿ ਇਸ ਲੈਂਬਡਾ ਦੇ ਅਨੁਸਾਰੀ ਹੈ ਜੋ ਕਿ 1 ਦੇ ਬਰਾਬਰ ਹੈ। ਇਸ ਲਈ, ਲੈਂਬਡਾ 1 ਦੀ ਅਲਜੈਬਰਿਕ ਮਲਟੀਪਲਿਸਿਟੀ 3 ਸੀ ਅਤੇ ਇਸ ਦੇ ਨਾਲ ਹੀ ਜਿਓਮੈਟ੍ਰਿਕ ਮਲਟੀਪਲਿਸਿਟੀ ਜੋ ਕਿ ਆਈਗਨ ਸਪੇਸ ਦੀ ਡਾਇਮੈਂਸ਼ਨ ਹੈ ਜੋ ਕਿ ਇਸ ਕੇਸ ਦੇ ਵਿੱਚ 3 ਹੈ। ਇਸ ਲਈ, ਉਦਾਹਰਨ ਦੇ ਵਿੱਚ, ਅਸੀਂ ਦੇਖਿਆ ਹੈ ਕਿ ਜੇਕਰ ਇਸ ਨੂੰ 3 ਵਾਰ ਦੁਹਰਾਇਆ ਜਾਂਦਾ ਹੈ ਤਾਂ ਇਹ ਮੁਮਕਿਨ ਹੈ ਅਸੀਂ ਪੂਰੀ ਡਾਇਮੈਂਸ਼ਨ ਦਾ ਅਨੁਮਾਨ ਲਗਾ ਸਕਦੇ ਹਾਂ ਆਈਗਨ ਸਪੇਸ ਦੀ ਡਾਇਮੈਂਸ਼ਨ ਜੋ ਕਿ 3 ਹੈ ਜੋ ਲੈਂਬਡਾ ਦੁਹਰਾਇਆ ਜਾਂਦਾ ਸੀ, ਪਰ ਉਸ ਨਤੀਜੇ ਦੇ ਅਨੁਸਾਰ ਇਹ 3 ਤੋਂ ਵੱਧ ਨਹੀਂ ਹੋ ਸਕਦਾ। ਅਤੇ ਪ੍ਰਕਿਰਤਿਕ ਤੌਰ ਤੇ ਜੋ ਇੱਥੇ ਕੇਸ ਹੈ ਕਿਉਂਕਿ ਡਾਇਮੈਂਸ਼ਨ ਜੋ ਕਿ ਨਲ ਡਾਇਮੈਂਸ਼ਨ ਹੈ ਕਿਉਂਕਿ ਐਲੀਮੈਂਟ ਇਸ R3 ਦੇ ਹਨ ਅਤੇ ਸਾਡੇ ਕੋਲ ਡਾਇਮੈਂਸ਼ਨ 3 ਤੋਂ ਵੱਧ ਨਹੀਂ ਹੋ ਸਕਦੀ ਉਸ ਮਾਮਲੇ ਦੇ ਵਿੱਚ ਵੀ, ਅਸੀਂ ਇੱਥੇ ਕਨਕਲੂਡ ਕਰ ਸਕਦੇ ਹਾਂ ਇੱਥੇ ਸੰਕਲਪ ਹੈ ਮੈਟ੍ਰਿਸਿਸ ਦੀ ਸਿਮਿਲੈਰਿਟੀ ਜਿਸ ਬਾਰੇ ਅਸੀਂ ਇੱਥੇ ਗੱਲ ਕਰਾਂਗੇ ਅਤੇ ਅਗਲੇ ਲੈਕਚਰ ਦੇ ਵਿੱਚ ਇਸ ਬਾਰੇ ਚਰਚਾ ਕੰਟੀਨਿਊ ਰੱਖਾਂਗੇ। ਇਸ ਲਈ, ਇੱਕ n ਕ੍ਰੋਸ n ਮੈਟ੍ਰਿਕਸ B ਨੂੰ ਸਿਮਿਲਰ ਕਿਹਾ ਜਾਂਦਾ ਹੈ ਜੋ ਕਿ n ਕ੍ਰੋਸ n ਮੈਟ੍ਰਿਕਸ ਦੇ ਨਾਲ ਸੰਬੰਧਿਤ ਜੇਕਰ ਸਾਡੇ ਕੋਲ BP ਇਨਵਰਸ A P ਦੇ ਬਰਾਬਰ ਹੈ। ਜੇਕਰ ਮੈਟ੍ਰਿਕਸ A ਅਤੇ B ਦੇ ਵਿੱਚ ਰਿਲੇਸ਼ਨ ਹੈ ਤਾਂ ਅਸੀਂ ਇਸ P ਨੂੰ ਮੈਟ੍ਰਿਕਸ ਦੇ ਸਿਮਿਲਰ ਕਹਿੰਦੇ ਹਾਂ ਜਾਂ A ਮੈਟ੍ਰਿਕਸ B ਦੇ ਸਿਮਿਲਰ ਹੈ, ਅਤੇ ਕਿਸੇ ਨਾਨ ਸਿੰਗੂਲਰ ਮੈਟ੍ਰਿਕਸ P ਦੇ ਲਈ P ਕੀ ਹੈ ਜੇਕਰ ਮੈਟ੍ਰਿਕਸ ਹੈ ਇੱਥੇ P ਇਨਵਰਸ ਮੇਰਾ ਮਤਲਬ ਹੈ ਕਿ ਇਹ ਨਾਨ ਸਿੰਗੂਲਰ ਮੈਟ੍ਰਿਕ P ਇਸ ਲਈ P ਇਨਵਰਸ ਦਾ ਮਤਲਬ ਬਣਦਾ ਹੈ। ਇਸ ਲਈ, ਜੇਕਰ ਦੋ ਮੈਟ੍ਰਿਸਿਸ ਦੇ ਵਿੱਚ ਰਿਲੇਸ਼ਨ ਹੈ ਇੱਥੇ B ਅਤੇ A ਕਿ P ਇਨਵਰਸ A P B ਦੂਜੀ ਮੈਟ੍ਰਿਕਸ ਦਿੰਦਾ ਹੈ, ਫਿਰ ਅਸੀਂ ਇਹਨਾਂ ਦੋਨਾਂ ਨੂੰ ਸਿਮਿਲਰ ਕਹਿੰਦੇ ਹਾਂ। ਅਸੀਂ ਸਿਮਿਲਰ ਸ਼ਬਦਾਂ ਦਾ ਕਿਉਂ ਇਸਤੇਮਾਲ ਕਰਦੇ ਹਾਂ ਕੁਝ ਪ੍ਰਾਪਰਟੀਜ਼ ਅਸੀਂ ਹੁਣੇ ਚੈੱਕ ਕਰਾਂਗੇ A ਅਤੇ B ਦੇ ਵਿੱਚ ਕੁਝ ਕਾਮਨ ਪ੍ਰਾਪਰਟੀਜ਼ ਹਨ। ਆਈਗਨ ਵੈਲਿਊ ਆਈਗਨ ਵੇਕਟਰ ਦੇ ਸੰਬੰਧ ਵਿੱਚ ਅਤੇ ਹੋਰ ਕੰਸੀਡਰੇਸ਼ਨਸ ਵੀ ਹਨ ਜਿਸ ਬਾਰੇ ਅਸੀਂ ਅਗਲੇ ਲੈਕਚਰ ਦੇ ਵਿੱਚ ਕੰਟੀਨਿਊ ਕਰਾਂਗੇ। ਤਾਂ ਅੱਜ ਅਸੀਂ ਦੇਖਾਂਗੇ ਕਿ ਜੇਕਰ B A ਦੇ ਸਿਮਿਲਰ ਹੈ ਤਾਂ B ਦੀ A ਵਾਂਗ ਸਮਾਨ ਆਈਗਨ ਵੈਲਿਊਜ਼ ਹਨ ਅਤੇ ਜੇਕਰ x A ਦਾ ਆਈਗਨ ਵੈਕਟਰ ਹੈ ਤਾਂ ਇਹ y P ਇਨਵਰਸ x ਦੇ ਬਰਾਬਰ ਹੈ ਜੋ ਕਿ B ਦਾ ਆਈਗਨ ਵੇਕਟਰ ਹੈ ਅਤੇ ਸਮਾਨ ਆਈਗਨ ਵੈਲਿਊ ਦੇ ਅਨੁਸਾਰੀ ਹੈ। ਤਾਂ ਮਤਲਬ ਜੇਕਰ ਸਾਨੂੰ ਇੱਕ ਤੇ ਆਈਗਨ ਵੈਲਿਊ ਅਤੇ ਆਈਗਨ ਵੇਕਟਰ ਪਤਾ ਹਨ ਤਾਂ ਸਾਨੂੰ ਹੋਰ ਦੇ ਆਈਗਨ ਵੈਲਿਊ ਆਈਗਨ ਵੇਕਟਰ ਮਿਲਦੇ ਹਨ। ਅਸਲ ਦੇ ਵਿੱਚ ਉਹਨਾਂ ਦੀ ਸਮਾਨ ਆਈਗਨ ਵੈਲਿਊ ਹਨ ਅਤੇ ਆਈਗਨ ਵੇਕਟਰ ਵੀ ਹਨ ਜੋ ਕਿ P ਇਨਵਰਸ x ਹੋਵੇਗਾ ਜਿੱਥੇ ਅਸੀਂ ਸਿਮਿਲਰ ਪਰਿਭਾਸ਼ਾ ਦੇ ਵਿੱਚ ਦੱਸਿਆ ਹੈ। ਇਸ ਲਈ, ਅਸੀਂ ਇਹ ਲੈਂਦੇ ਹਾਂ ਮੰਨ ਲਵੋ ਇਹ ਲੈਂਬਡਾ ਇਸ ਮੈਟ੍ਰਿਕ A ਦੀ ਆਈਗਨ ਵੈਲਿਊ ਹੈ ਅਤੇ A ਦੇ ਸਿਮਿਲਰ ਹੈ ਸਾਡੇ ਕੋਲ B ਮੈਟ੍ਰਿਕਸ। ਇਸ ਲਈ ਪਹਿਲਾ ਰਿਲੇਸ਼ਨ ਹੈ A ਕਿ x ਆਈਗਨ ਵੈਕਟਰ ਅਤੇ ਲੈਂਬਡਾ ਆਈਗਨ ਵੈਲਿਊ ਹੈ। ਇਸ ਲਈ, ਸਾਡੇ ਕੋਲ ਰਿਲੇਸ਼ਨ ਹੈ x ਇਸ ਲੈਂਬਡਾ x ਦੇ ਬਰਾਬਰ ਹੈ ਅਤੇ ਅਸੀਂ ਹੁਣ ਇਹ ਕਰਦੇ ਹਾਂ ਅਸੀਂ ਇਸ ਨੂੰ ਇੱਥੇ P ਇਨਵਰਸ ਦੇ ਨਾਲ ਮਲਟੀਪਲਾਈ ਕਰਦੇ ਹਾਂ। ਇਸ ਲਈ, ਰਾਈਟ ਹੈਂਡ ਸਾਈਡ ਸਾਡੇ ਕੋਲ ਹੈ P ਇਨਵਰਸ P ਉਹ ਮੈਟ੍ਰਿਕਸ ਹੈ ਜਿਸ ਦੀ ਸਿਮਿਲੈਰਿਟੀ ਬਾਰੇ ਅਸੀਂ ਗੱਲ ਕਰ ਰਹੇ ਹਾਂ। ਇਸ ਲਈ, ਸਾਡੇ ਕੋਲ P ਇਨਵਰਸ ਹੈ ਜੇਕਰ x ਅਤੇ ਇੱਥੇ ਵੀ P ਇਨਵਰਸ ਇਸ ਲਈ ਲੈਂਬਡਾ ਨਿਰੰਤਰ ਹੈ ਤਾਂ ਸਾਡੇ ਕੋਲ ਉਥੇ P ਇਨਵਰਸ x ਹੈ ਅਤੇ ਫਿਰ ਅਸੀਂ ਕੀ ਕਰਦੇ ਹਾਂ ਸਾਡੇ ਕੋਲ ਲੈਂਬਡਾ P ਇਨਵਰਸ x ਹੈ ਸਮਾਨ P ਇਨਵਰਸ A ਦੁਬਾਰਾ ਅਸੀਂ ਆਈਡੈਂਟਿਟੀ ਮੈਟ੍ਰਿਕਸ ਬਾਰੇ ਦੱਸਿਆ ਹੈ। ਇੱਥੇ ਅਸੀਂ ਆਈਡੈਂਟਿਟੀ ਮੈਟ੍ਰਿਕਸ ਬਾਰੇ ਦੱਸਿਆ ਹੈ ਜੋ ਅਸੀਂ P ਅਤੇ P ਇਨਵਰਸ x ਵਜੋਂ ਲਿਖੀ ਹੈ ਅਤੇ ਫਿਰ ਅਸੀਂ ਇਹ ਕਰਦੇ ਹਾਂ ਅਸੀਂ ਇੱਥੇ ਕੰਬਾਈਨ ਕਰਦੇ ਹਾਂ P ਇਨਵਰਸ A P P ਇਨਵਰਸ A P ਅਤੇ ਫਿਰ ਸਾਡੇ ਕੋਲ P ਇਨਵਰਸ x ਹੈ ਤਾਂ ਹੁਣ ਅਸੀਂ
ਇਹ ਦੇਖਦੇ ਹਾਂ ਕਿ P ਇਨਵਰਸ AP ਸਿਮਿਲੈਰਿਟੀ ਦੀ ਪਰਿਭਾਸ਼ਾ ਦੇ ਅਨੁਸਾਰ ਕਿ A B ਦੇ ਸਿਮਿਲਰ ਹੈ ਜਾਂ B A ਦੇ ਸਿਮਿਲਰ ਹੈ। ਇਸ ਦਾ ਮਤਲਬ ਹੈ ਇਸ B ਨੂੰ ਅਸੀਂ P ਇਨਵਰਸ AP ਵਜੋਂ ਲਿਖ ਸਕਦੇ ਹਾਂ। ਇਸ ਲਈ ਸਾਡੇ ਕੋਲ A ਲੈਂਬਡਾ P ਇਨਵਰਸ X ਹੈ ਜੋ ਕਿ B ਟਾਈਮਸ A B P ਇਨਵਰਸ X ਦੇ ਬਰਾਬਰ ਹੈ। ਇਸ ਲਈ ਅਸੀਂ ਹੁਣ ਦੇਖਦੇ ਹਾਂ ਕਿ ਇਸ ਰਿਲੇਸ਼ਨ ਤੋਂ ਇਹ ਆਈਗਨ ਵੈਕਟਰ P ਇਨਵਰਸ X ਹੈ ਅਤੇ ਇਹ ਲੈਂਬਡਾ ਇਸ B ਦੀ ਆਈਗਨ ਵੈਲਿਊ ਹੈ। ਇਸ ਲਈ ਜੇਕਰ ਇਹ B A ਦੇ ਸਿਮਿਲਰ ਹੈ ਤਾਂ B ਦੀ A ਵਾਂਗ ਸਮਾਨ ਆਈਗਨ ਵੈਲਿਊ ਹੋਵੇਗੀ ਕਿਉਂਕਿ ਇਹ ਲੈਂਬਡਾ A ਦੀ ਆਈਗਨ ਵੈਲਿਊ C ਅਤੇ ਆਈਗਨ ਵੇਕਟਰ P ਇਨਵਰਸ X ਹੋਵੇਗਾ। ਇਸ ਲਈ ਸਾਨੂੰ ਆਈਗਨ ਵੈਕਟਰ ਮਿਲ ਸਕਦਾ ਹੈ ਅਤੇ ਇਸ ਸਿਮਿਲਰ ਮੈਟ੍ਰਿਸਿਸ ਦੀ ਆਈਗਨ ਵੈਲਿਊ ਅਸੀਂ ਜਾਣਦੇ ਹਾਂ 1 ਤੇ ਲਈ। ਇਸ ਲਈ ਲੈਂਬਡਾ B ਅਤੇ P ਇਨਵਰਸ ਦੀ ਇੱਕ ਆਈਗਨ ਵੈਲਿਊ ਹੈ ਜੋ ਕਿ ਆਈਗਨ ਵੈਲਿਊ ਲੈਂਬਡਾ ਦੇ ਅਨੁਸਾਰੀ ਆਈਗਨ ਵੈਕਟਰ ਹੈ। ਹੋਰ ਨਤੀਜਾ ਜੋ ਅਸੀਂ ਪਹਿਲਾਂ ਹੀ ਇਸ ਪਹਿਲੇ ਨਤੀਜੇ ਦੇ ਵਿੱਚ ਦੇਖਿਆ ਹੈ ਉਹ ਹੈ ਕਿ AB ਸਕੁਏਅਰ ਸਿਮਿਲਰ ਮੈਟ੍ਰਿਸਿਸ ਹਨ ਅਤੇ ਉਹਨਾਂ ਦਾ ਸਮਾਨ ਕਰੈਕਟਰਿਸਟਿਕ ਪੋਲੀਨੋਮੀਅਲ ਹੈ। ਇਸ ਲਈ ਅਸੀਂ ਪਹਿਲਾਂ ਹੀ ਦੇਖ ਲਿਆ ਹੈ ਕਿ ਇਸ ਦੀ ਕੋਈ ਆਈਗਨ ਵੈਲਿਊ ਹੈ। ਇਸ ਲਈ ਜੇਕਰ ਸਾਡੇ ਕੋਲ ਸਮਾਨ ਆਈਗਨ ਵੈਲਿਊ ਹਨ ਇਸ ਦਾ ਮਤਲਬ ਹੈ ਉਹਨਾਂ ਦੇ ਸਮਾਨ ਕਰੈਕਟਰਿਸਟਿਕ ਪੋਲੀਨੋਮੀਅਲ ਹੋਣ ਪਰ ਇਹ ਉਸ ਨੂੰ ਦੇਖਣ ਦਾ ਹੋਰ ਤਰੀਕਾ ਹੈ। ਇਸ ਲਈ ਅਸੀਂ ਇਸ B ਨੂੰ P ਇਨਵਰਸ AP ਇਸ ਰਿਲੇਸ਼ਨ ਦੇ ਤੌਰ ਤੇ ਲੈਂਦੇ ਹਾਂ ਅਤੇ ਫਿਰ ਜੇਕਰ ਸਾਨੂੰ ਇਹ ਡਿਟਰਮੀਨੈਂਟ B ਮਾਈਨਸ ਲੈਂਬਡਾ I ਮਿਲਦਾ ਹੈ ਜੋ ਕਿ ਕਰੈਕਟਰਿਸਟਿਕ ਪੋਲੀਨੋਮੀਅਲ B ਮਾਈਨਸ ਲੈਂਬਡਾ I ਹੈ। ਇਸ B ਦਾ ਕਰੈਕਟਰਿਸਟਿਕ ਪੋਲੀਨੋਮੀਅਲ ਡਿਟਰਮੀਨੈਂਟ ਦੇ ਬਰਾਬਰ ਹੈ AB ਇਸ P ਇਨਵਰਸ AP ਦੁਆਰਾ ਬਦਲਿਆ ਜਾਂਦਾ ਹੈ ਮਾਈਨਸ ਸਮਾਨ ਚੀਜ਼ AP ਇਨਵਰਸ P ਜੋ ਕਿ ਆਈਡੈਂਟਿਟੀ ਮੈਟ੍ਰਿਕਸ ਹੈ ਜਿਸ ਬਾਰੇ ਅਸੀਂ ਇੱਥੇ ਦੱਸਿਆ ਹੈ। ਮੇਰਾ ਮਤਲਬ ਹੈ ਤੁਸੀਂ ਸਰਲਤਾ ਦੇ ਨਾਲ ਕਹਿ ਸਕਦੇ ਹੋ ਕਿ ਇਹ ਕੁਝ ਨਹੀਂ ਬਲਕਿ ਲੈਂਬਡਾ I ਹੈ ਕਿਉਂਕਿ ਲੈਂਬਡਾ ਅਸੀਂ ਇੱਥੋਂ ਕਾਮਨ ਲੈ ਸਕਦੇ ਹਾਂ ਤਾਂ ਸਾਡੇ ਕੋਲ ਹੈ P ਇਨਵਰਸ I P ਹੈ ਅਤੇ ਫਿਰ P ਇਨਵਰਡ I ਕੁਝ ਨਹੀਂ ਬਲਕਿ P ਇਨਵਰਸ P ਲੈਂਬਡਾ ਟਾਈਮਜ਼ ਅਤੇ ਇਹ I ਹੈ। ਇਸ ਲਈ ਲੈਂਬਡਾ ਟਾਈਮਜ਼ I ਤਾਂ ਇੱਥੇ ਦੁਬਾਰਾ ਕੁਝ ਨਹੀਂ ਹੈ ਬਲਕਿ ਲੈਂਬਡਾ ਟਾਈਮਜ਼ I ਕੇਵਲ ਅਸੀਂ ਇਸ ਨੂੰ ਦੁਬਾਰਾ P ਇਨਵਰਸ ਲੈਂਬਡਾ I ਅਤੇ P ਦੇ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਇਸ ਲਈ ਇੱਥੇ ਡਿਟਰਮੀਨੈਂਟ ਦੇ ਵਿੱਚ ਸਾਡੇ ਕੋਲ P ਇਨਵਰਸ ਹੈ। ਆਓ ਦੋਨੋਂ ਪਾਸਿਓਂ ਕਾਮਨ ਲੈਂਦੇ ਹਾਂ ਅਤੇ ਫਿਰ ਸਾਡੇ ਕੋਲ ਇੱਥੇ ਇਹ ਹੈ ਅਤੇ ਮਾਈਨਸ ਇਹ ਲੈਂਬਡਾ I ਅਤੇ P ਰਾਈਟ ਹੈਂਡ ਸਾਈਡ ਤੋਂ ਕਾਮਨ ਲੈ ਸਕਦੇ ਹਾਂ ਤਾਂ ਹੁਣ ਇਹ ਮਾਈਨਸ ਲੈਂਬਡਾ ਹੈ ਅਤੇ ਫਿਰ ਅਸੀਂ ਇਸ ਡਿਟਰਮੀਨੈਂਟ ਦੀ ਪ੍ਰਾਪਰਟੀਜ਼ ਦਾ ਇਸਤੇਮਾਲ ਕਰ ਸਕਦੇ ਹਾਂ। ਇੱਥੇ ਤਿੰਨ ਮੈਟ੍ਰਿਸਿਸ ਦਾ ਪ੍ਰੋਡਕਟ ਦਾ ਮਤਲਬ ਹੈ ਕਿ ਵਿੱਚ ਵਾਲੇ ਦਾ P ਇਨਵਰਸ ਦਾ ਡਿਟਰਮੀਨੈਂਟ A ਮਾਈਨਸ ਲੈਂਬਡਾ I ਅਤੇ P ਦਾ ਡਿਟਰਮੀਨੈਂਟ। ਇਸ ਲਈ ਇੱਥੇ P ਇਨਵਰਸ ਦਾ ਡਿਟਰਮੀਨੈਂਟ ਅਤੇ P ਦਾ ਡਿਟਰਮੀਨੈਂਟ ਇੱਕ ਦੂਜੇ ਨੂੰ ਕੈਂਸਲ ਕਰਦੇ ਹਨ। ਇੱਥੇ ਸਾਨੂੰ ਕੇਵਲ ਇੱਕ ਮਿਲੇਗਾ ਅਤੇ ਸਾਨੂੰ ਡਿਟਰਮੀਨੈਂਟ ਦੀ ਪ੍ਰਾਪਰਟੀ ਮਿਲੇਗੀ P ਅਤੇ P ਇਨਵਰਸ ਇਹ ਕੇਵਲ ਰੇਸੀਪ੍ਰੋਕਲ ਹਨ ਅਤੇ ਇੱਥੇ ਸਾਡੇ ਕੋਲ A ਮਾਈਨਸ ਲੈਂਬਡਾ I ਦਾ ਡਿਟਰਮੀਨੈਂਟ ਹੈ। ਤਾਂ ਅਸੀਂ ਇਹ ਦੇਖਿਆ ਹੈ ਕਿ ਇਸ B ਮਾਈਨਸ ਲੈਂਬਡਾ ਦਾ ਡਿਟਰਮੀਨੈਂਟ ਇਸ A ਮਾਈਨਸ ਲੈਂਬਡਾ I ਦੇ ਡਿਟਰਮੀਨੈਂਟ ਦੇ ਬਰਾਬਰ ਹੈ। ਇਸ ਲਈ ਉਹਨਾਂ ਦਾ ਸਮਾਨ ਕਰੈਕਟਰਿਸਟਿਕ ਪੋਲੀਨੋਮੀਅਲ ਹੈ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਦੁਬਾਰਾ ਕਹਿ ਸਕਦੇ ਹਾਂ ਕਿ A ਅਤੇ B ਦੀ ਸਮਾਨ ਆਈਗਨ ਵੈਲਿਊਜ਼ ਹਨ ਅਤੇ ਅਸੀਂ ਪਿਛਲੀ ਸਲਾਈਡ ਦੇ ਵਿੱਚ ਦੇਖਿਆ ਹੈ ਇੱਥੇ ਆਈਗਨ ਵੇਕਟਰ ਦੇ ਕੀ ਰਿਲੇਸ਼ਨ ਹਨ। ਠੀਕ ਹੈ, ਹੁਣ ਕਨਕਲੂਜਨ ਤੇ ਆਉਂਦੇ ਹਾਂ। ਇਸ ਲੈਕਚਰ ਦੇ ਵਿੱਚ ਅਸੀਂ ਅਲਜੈਬਰਿਕ ਮਲਟੀਪਲਿਸਿਟੀ ਬਾਰੇ ਗੱਲ ਕੀਤੀ ਹੈ ਅਤੇ ਉਹ ਕੁਝ ਨਹੀਂ ਬਲਕਿ ਇੱਕ ਆਈਗਨ ਵੈਲਿਊ ਦੇ ਆਉਣ ਦੀ ਗਿਣਤੀ ਹੈ ਅਤੇ ਅਸੀਂ ਇਹ ਵੀ ਦੇਖਿਆ ਹੈ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ ਜੋ ਕਿ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੇਕਟਰ ਦੀ ਗਿਣਤੀ ਸੀ ਜੋ ਕਿ ਉਸ ਆਈਗਨ ਵੈਲਿਊ ਦੇ ਨਾਲ ਸੰਬੰਧਿਤ ਹੈ ਅਤੇ ਹਮੇਸ਼ਾ ਇਹ ਕੇਸ ਹੁੰਦਾ ਹੈ ਕਿ ਜਿਓਮੈਟ੍ਰਿਕ ਮਲਟੀਪਲਿਸਿਟੀ ਅਲਜੈਬਰਿਕ ਮਲਟੀਪਲਿਸਿਟੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ। ਅਤੇ ਅਸੀਂ ਸਿਮਿਲਰ ਮੈਟ੍ਰਿਸਿਸ ਦੇ ਬਾਰੇ ਵੀ ਗੱਲ ਕੀਤੀ ਹੈ ਜਿਸ ਦਾ ਮਤਲਬ ਹੈ ਕਿ B ਅਤੇ A ਨੂੰ ਇੱਕ ਦੂਜੇ ਦੇ ਸਿਮਿਲਰ ਕਿਹਾ ਜਾਂਦਾ ਹੈ ਜਾਂ ਉਹ ਸਿਮਿਲਰ ਮੈਟ੍ਰਿਸਿਸ ਹਨ ਜੇਕਰ ਸਾਡੇ ਕੋਲ ਇਹ ਰਿਲੇਸ਼ਨ ਹੈ ਕਿ ਕਿਸੇ ਇਨਵਰਟੀਬਲ ਮੈਟ੍ਰਿਕਸ P ਦੇ ਲਈ B P ਇਨਵਰਸ A P ਦੇ ਬਰਾਬਰ ਹੈ। ਇਹ ਰੈਫਰੈਂਸ ਹਨ ਜਿਨ੍ਹਾਂ ਦੀ ਵਰਤੋਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਗਈ ਹੈ। ਧੰਨਵਾਦ।